मैं मूर्ख की कितक बात है, कोट परादी तरिया रे। गुरु नानक जिन सुनिया पिखिया, से फिर गर पास न परिया रे। हाँ आया दूरों चल के, मैं तकी ताऊ शरणाए जियो। मैं आसा रखी चित मह, मेरा सबो दुख गवाए जियो। मैं आसा रखी चित मह, मेरा सबो दुख गवाए जियो। मेरा सबो दुख गवाए जियो। ज्ञान ध्यान किछ कर्म न जाना, सार न जाना तेरी। सब ते वड्डा सतगुर नानक, सब ते वड्डा सतगुर नानक। जिन कल राखी मेरी, सज्जन सच्चा पातशाह, सिर शाहां दे शाह। जिस पास बैठिया सोहिया, सबना दा विसाह। जिस पास बैठिया सोहिया, सबना दा विसाह। जुगो जुग अटल, दो जहान दे मालिक, चवर छतर तखत दे मालिक, शब्द गुरु धन 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 गुरु ग्रंथ साहिब जी महाराज। तिन्हां दी पावन पवित्र हजूरी दे अंदर अमृत वेले तो रब्बी बाणी सुन रहे, गा रहे, सतगुर दे चरनां दी सेवा कर रहे वडभागी सतसंगी जनों, वड्डियां भागां वाले हाँ। दीन दुनिया दे मालिक सतगुरु दे चरनां दा सुभाग समा प्राप्त होया है। वड्डियां कर्मां तो बगैर, रब दे तरस तो बगैर गुरु दे चरनां दे विच आया नहीं जांदा। तरस पया महरामत होई, सतगुर सज्जण मिलिया।
ਤੇ ਇਹ ਵੀ ਸਚਾਈ ਆ, ਦੁਨੀਆ ਦੇ ਅੰਦਰ ਸਾਰੇ ਰਿਸ਼ਤੇ ਮੁਬਾਰਕ ਨੇ, ਪਰ ਜਿਹੜਾ ਸਤਿਗੁਰੂ ਦਾ ਤੇ ਗੁਰੂ ਦੇ ਪਿਆਰੇ ਦਾ, ਗੁਰੂ ਦੇ ਬੱਚੇ ਦਾ ਰਿਸ਼ਤਾ ਏ, ਤੇ ਸਤਿਗੁਰੂ ਦੀ ਜਿਹੜੀ ਸੱਜਣਤਾਈ ਆ ਨਾ, ਇਹਦੇ ਵਰਗਾ ਕੋਈ ਰਿਸ਼ਤਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰੋਂ ਜੋ ਅੱਜ ਪਾਵਨ ਬਚਨ ਆਪ ਸਭ ਸੰਗਤਾਂ ਨੇ ਬੜੇ ਪਿਆਰ ਔਰ ਇਕਾਗਰਤਾ ਦੇ ਨਾਲ ਪਾਵਨ ਬਾਣੀ ਦਾ ਪਾਠ ਸਰਵਣ ਕੀਤਾ ਹੈ, ਸਤਿਗੁਰੂ ਅੱਗੇ ਅਰਦਾਸ ਹੈ, ਜੋਦੜੀ ਹੈ, ਬੇਨਤੀ ਹੈ, ਮੇਰੇ ਮਾਲਕ ਸਾਡੇ ਸਾਰਿਆਂ ਦੇ ਉੱਤੇ ਛੜੀ ਰੱਖਣ, ਸਾਡੇ ਸਿਰ ਤੇ ਸਤਿਗੁਰੂ ਦੇ ਪਾਵਨ ਗੁਰਬਾਣੀ ਦੇ ਅਰਥ ਮਹਾਰਾਜ ਆਪ ਕਰਾ ਲੈਣ, ਕਿਉਂਕਿ ਇੱਕ ਅਟਲ ਸਚਾਈ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਆਪ ਪੂਰਾ ਹੈ, ਉਸ ਪੂਰੇ ਦੀ ਗੱਲ ਕੋਈ ਦੁਨੀਆ ਦਾ ਅਧੂਰਾ ਨਹੀਂ ਜੇ ਕਰ ਸਕਦਾ। ਸੋ ਗੁਰੂ ਅੱਗੇ ਅਰਦਾਸ ਕਰੀਏ, ਮੇਰਿਆ ਮਾਲਕਾ, ਇਲਾਹੀ ਬਾਣੀ ਦਾ ਜੋ ਆਪ ਨੇ ਪਾਵਨ ਬਚਨ ਬਖਸ਼ੇ ਹਨ, ਇਹਨਾਂ ਬਚਨਾਂ ਦੇ ਉੱਤੇ ਅਸੀਂ ਚੱਲ ਸਕੀਏ, ਇਹਨਾਂ ਬਚਨਾਂ ਨੂੰ ਅਸੀਂ ਕਮਾ ਸਕੀਏ, ਔਰ ਹੁਣ ਸਤਿਗੁਰੂ ਦੇ ਅੱਗੇ ਇਹ ਵੀ ਜੋਦੜੀ ਆ ਵੀ ਸਤਿਗੁਰੂ ਆਪਾਂ ਟਿਕਾ ਦੇ ਨਾਲ ਇਹਨਾਂ ਬਚਨਾਂ ਨੂੰ ਸੁਣ ਸਕੀਏ। ਆਓ ਕਥਾ ਦੀ ਆਰੰਭਤਾ ਤੋਂ ਪਹਿਲਾਂ ਬਖਸ਼ੀ ਹੋਈ ਫਤਿਹ ਦੀ ਹਾਜ਼ਰੀ ਲਗਵਾਈਏ, ਦੋਵੇਂ ਹੱਥ ਜੋੜ ਲਵਾਓ ਹਾਜ਼ਰੀ, ਇੱਕੇ ਵਾਰ ਕਹਿਣ ਤੇ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪ੍ਰਭ ਬਖਸ਼ੰਦ ਦੀਨ ਦਇਆਲ, ਭਗਤ ਵਸ਼ਲ ਸਦਾ ਕਿਰਪਾਲ। ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦੇ ਅੰਦਰੋਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਬੜੇ ਪਿਆਰੇ ਬਚਨ ਸਿੱਖ ਨੂੰ ਸਮਝਾਉਂਦੇ ਨੇ। ਇਹ ਸਿੱਖਾ, ਤੂੰ ਕਿਤੇ ਸਮਾਂ ਕੱਢ ਕੇ ਗੁਰੂ ਦੀ ਇਬਾਦਤ ਵਿੱਚ ਜੁੜੇ ਨਾ, ਕਿਤੇ ਇਸ ਸ਼ਬਦ ਨੂੰ ਸੁਣਨ ਵਾਲੇ ਪਾਸੇ ਆਵੇਂ, ਕਮਾਉਣ ਵਾਲੇ ਪਾਸੇ ਆਵੇਂ, ਤੇ ਤੈਨੂੰ ਪਤਾ ਲੱਗ ਜਾਵੇਗਾ, ਤੈਨੂੰ ਸਮਝ ਆ ਜਾਵੇਗੀ ਵੀ ਦੁਨੀਆ ਦੇ ਅੰਦਰ ਕੋਈ ਇਨਸਾਨ ਕਿਸੇ ਨੂੰ ਬਖਸ਼ਦਾ ਨਹੀਂ ਜੀ। ਇਹ ਦੁਨੀਆ ਦੀ ਰੀਤ ਆ। ਦੁਨੀਆ ਦੀ ਰੀਤ ਦੇ ਅੰਦਰ ਕੋਈ ਇਨਸਾਨ ਦਇਆਲੂ ਨਹੀਂ ਹੋ ਸਕਦਾ। ਹੁਣ ਤੁਸੀਂ ਆਖੋਗੇ ਵੀ ਦਇਆਲੂ ਤੇ ਦੁਨੀਆ 'ਚ ਬਹੁਤ ਆ, ਗਿਆਨੀ ਜੀ ਤੁਸੀਂ ਵੇਖੇ ਨਹੀਂ। ਜੇ ਕੋਈ ਬਖਸ਼ਿੰਦ ਵੀ ਦੁਨੀਆ ਦੇ ਅੰਦਰ ਹੋਵੇ, ਮੰਨ ਲਓ ਕਿਸੇ ਦੀ 70 ਸਾਲ ਦੀ ਉਮਰ ਹੋਵੇ, 50 ਸਾਲ ਦੀ ਉਮਰ ਹੋਵੇ, ਜੇ ਉਹਨੂੰ ਪੁੱਛੋ ਵੀ ਅੱਜ ਤੱਕ ਬਖਸ਼ਿਆ ਕਿਹਨੂੰ ਹੈ, ਬਹੁਤ ਵਿਰਲੇ ਹੋਣਗੇ ਜਿਹੜੇ ਇੱਕ ਦੇ ਦਾ ਨਾਮ ਲੈ ਦੇਣਗੇ ਮੈਂ ਬਖਸ਼ਦਾ। ਤੇ ਬਾਹਰੋਂ ਤੇ ਬਖਸ਼ਣ ਵਾਲੇ ਤੁਹਾਨੂੰ ਇੱਕ ਦੋ ਮਿਲ ਜਾਣਗੇ, ਪਰ ਕਈ ਵਾਰੀ ਬਾਹਰੀ ਤੌਰ ਤੇ ਬਖਸ਼ਣ ਵਾਲਾ ਅੰਦਰੋਂ ਫਿਰ ਕਪਟ ਲਈ ਫਿਰਦਾ ਹੁੰਦਾ। ਤੇ ਦੀਨਾਂ ਦੇ ਉੱਤੇ ਦਇਆਲ ਕਰਨ ਵਾਲੇ, ਦਇਆ ਕਰਨ ਵਾਲੇ, ਕਿਰਪਾ ਕਰਨ ਵਾਲੇ, ਕਦੀ ਸੋਚ ਕੇ ਵੇਖਿਓ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਜਦੋਂ ਕੋਈ ਆਉਂਦਾ, ਕਿਤੇ ਬਾਹਰ ਇਹ ਥੋੜੀ ਸੇਵਾਦਾਰ ਕਹਿੰਦਾ ਵੀ ਤੇਰੇ ਕੱਪੜੇ ਮਾੜੇ ਤੂੰ ਅੰਦਰ ਨਹੀਂ ਜਾਣਾ, ਕਿਤੇ ਇਹ ਥੋੜੀ ਬਾਹਰ ਚੈੱਕ ਕੀਤਾ ਜਾਂਦਾ ਵੀ ਤੇਰੇ ਕੋਲ ਟਕੇ ਕਿੰਨੇ ਆ, ਇੱਥੇ ਦੀਨਾਂ ਦੀ ਪੱਖ ਕੋਈ ਨਹੀਂ, ਇੱਥੇ ਅੰਦਰ ਨਹੀਂ ਜਾ ਸਕਦੇ। ਮਹਾਰਾਜ ਕਹਿੰਦੇ ਨੇ ਪ੍ਰਭ ਬਖਸ਼ੰਦ
ਦੀਨ ਦਇਆਲ, ਦੀਨਾ ਉੱਤੇ ਦਇਆ ਕਰਨ ਵਾਲਾ ਔਰ ਬਖਸ਼ਿੰਦ ਪਿਤਾ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਆ। ਭਗਤ ਵਸ਼ਲ ਸਦਾ ਕਿਰਪਾਲ, ਰੱਬ ਦੀ ਇਬਾਦਤ ਦੇ ਨਾਲ ਪਿਆਰ ਰੱਖਣ ਵਾਲਾ ਔਰ ਦਇਆ ਦਾ ਘਰ ਅਕਾਲ ਪੁਰਖ ਹੈ, ਦੂਜਾ ਨਹੀਂ ਹੈ। ਅਨਾਥ ਨਾਥ ਗੋਬਿੰਦ ਗੋਪਾਲ, ਦੁਨੀਆ ਦੇ ਅੰਦਰ ਅਨਾਥ ਬਹੁਤ ਦੁਨੀਆ ਹੈ। ਆਪਾਂ ਇੱਕ ਦਿਨ ਜਾਵਾਂਗੇ, ਕਿਸੇ ਨੂੰ ਜਾ ਕੇ 2 ਪ੍ਰਸ਼ਾਦੇ ਦੇ ਆਵਾਂਗੇ, ਆਪਣੇ ਆਪ ਨੂੰ ਆਖਾਂਗੇ ਲੈ ਵੀ ਮੈਂ ਬੜਾ ਤਗੜਾ ਦਾਨੀ ਹਾਂ। ਪਰ ਜੇ ਉਹਨਾਂ ਨੂੰ ਕੋਈ ਚੁੱਕਣ ਵਾਲਾ ਹੈ ਨਾ, ਤੇ ਉਹ ਗੁਰੂ ਨਾਨਕ ਦਾ ਘਰ ਆ। ਐਵੇਂ ਨਹੀਂ ਮਹਾਰਾਜ ਨੇ ਆਖਿਆ, ਕਹਿੰਦੇ ਜਾਂ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ। ਉੱਥੇ ਇਹ ਥੋੜੀ ਆਖਿਆ ਵੀ ਇੱਕ ਧੀ ਢੋ ਦੇ ਦੇਗੀ, ਪੁੱਤ ਦੇ ਦੇਗਾ। ਮਹਾਰਾਜ ਨੇ ਆਖਿਆ ਕੋਈ ਨਾ ਦੇ। ਜਾਂ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ। ਹੁਣ ਦੁਸ਼ਮਣਾਂ ਨੇ ਤੇ ਕਹਿਣਾ ਵੀ ਹੁਣ ਬਦਲਾ ਲਵਾਂਗੇ, ਹੁਣ ਸਾਡੇ ਡਿੱਕੇ ਚੜਿਆ। ਲਾਗੂ ਹੋਏ ਦੁਸ਼ਮਣਾ, ਸਾਕ ਪੀ ਭੱਜ ਖਲੇ। ਹੁਣ ਸਾਕ ਗਵਾਂਢੀ ਥੋੜੀ ਹੁੰਦੇ ਆ, ਸਾਕ ਤੇ ਇਹੀ ਨੇ ਨਾ ਜਿਹੜੇ ਤੇਰੇ ਆਪਣੇ ਰਿਸ਼ਤੇ ਨੇ। ਸਾਕ ਪੀ ਭੱਜ ਖਲੇ, ਸਭੋ ਭੱਜੇ ਆਸਰਾ। ਆਸਰਾ ਰਿਹਾ ਹੀ ਕੋਈ ਨਹੀਂ। ਚੂਕੇ ਸਭ ਅਸਰਾਓ, ਕਹਿੰਦੇ ਚਿੱਤ ਆਵੇ ਉਸ ਪਾਰ ਬ੍ਰਹਮ, ਲਗੇ ਨਾ ਤਤੀ। ਇਹ ਕਿਉਂ ਹੀ ਆ ਜੀ। ਥੋੜੀ ਜਿੰਨੀ ਬੇਨਤੀ ਕਰਦੇ ਆ, ਦੁਨੀਆ ਦੇ ਰਿਸ਼ਤੇ ਮਾੜੇ ਨਹੀਂ ਆ, ਪਰ ਜੇ ਦੁਨੀਆ ਤੱਕ ਰਹਿ ਜਾਣ। ਇਨਸਾਨ ਦਾ 2 ਚੀਜ਼ਾਂ ਦੇ ਨਾਲ ਹੀ ਵਰਤਾਰਾ ਹੈ, ਤੀਜੀ ਚੀਜ਼ ਕੋਈ ਨਹੀਂ। ਇੱਕ ਸੰਸਾਰ ਤੇ ਦੂਜਾ ਨਿਰੰਕਾਰ। ਹੁਣ ਸੰਸਾਰ ਦੀ ਗੱਲ ਸੰਸਾਰ ਅੰਦਰ ਰਹਿ ਜੇ ਤੇ ਬਹੁਤ ਚੰਗੀ ਲੱਗਦੀ ਹੈ। ਨਿਰੰਕਾਰ ਦੇ ਘਰ ਦੇ ਵਿੱਚ ਨਿਰੰਕਾਰ ਦੀ ਗੱਲ ਚੰਗੀ ਲੱਗਦੀ ਆ। ਇਨਸਾਨ ਨੇ ਇਹ ਤੇ ਇੰਜ ਹੋਇਆ ਜੀ, ਜਿਹੜਾ ਪੈਰ 'ਚ ਜੋੜਾ ਪਾਉਣਾ ਸੀ ਨਾ, ਉਹਨੂੰ ਸਿਰ ਤੇ ਰੱਖ ਲਿਆ। ਜਿਹੜੀ ਸਿਰ ਦੀ ਦਸਤਾਰ ਸੀ ਉਹਨੂੰ ਪੈਰ 'ਚ ਸੁੱਟਤਾ। ਇਨਸਾਨ ਨੇ ਪ੍ਰੀਤ ਪਾਉਣੀ ਸੀ ਰੱਬ ਦੇ ਨਾਲ, ਦੁਨਿਆਵੀ ਰਿਸ਼ਤੇ ਜਿਹੜੇ ਸੀ ਦੁਨੀਆ 'ਚ ਰਹਿਣ ਦੇਣੇ ਸੀ। ਹੁਣ ਜਿਵੇਂ ਸਿਆਸਤ ਧਰਮ ਦੇ ਉੱਤੇ ਹਾਵੀ ਹੁੰਦੀ ਹੋਵੇ, ਇਨਸਾਨ ਨੇ ਇੱਕ ਪੱਖ ਰੱਖਣਾ ਸੀ ਵੀ ਇਹ ਰਿਸ਼ਤੇ ਤੈਨੂੰ ਕੁਝ ਹੱਦ ਤੱਕ ਜਾਣਗੇ। ਰਿਸ਼ਤੇਦਾਰ ਸਾਕ ਸੰਬੰਧੀ ਤੇਰੇ ਨਾਲ ਉਦੋਂ ਤੱਕ ਨੇ ਜਦੋਂ ਤੱਕ ਸਾਹ ਨੇ। ਮਾਇਆ ਤੇਰੀ ਉਦੋਂ ਤੱਕ ਆ ਜਦੋਂ ਤੱਕ ਤੈਨੂੰ ਪਤਾ ਹੈ ਕਿਹੜੇ ਅਕਾਊਂਟ 'ਚ ਕਿੰਨੇ ਪਏ ਆ। ਇੱਕ ਦਿਨ ਮਾਇਆ ਨੇ ਵੀ ਕੰਮ ਮੁਕਾ ਦੇਣਾ। ਜਦੋਂ ਤੂੰ ਮੁੱਕ ਗਿਆ, ਸੰਗੀਆਂ ਸਾਥੀਆਂ ਨੇ ਥੋੜਾ ਜਿੰਨਾ ਤੈਨੂੰ ਗਾਂਹ ਲੈ ਜਾਣਾ। ਮਾਇਆ ਪਹਿਲਾਂ ਛੱਡ ਜੇਗੀ। ਸੰਗੀਆਂ ਸਾਥੀਆਂ ਨੇ ਤੈਨੂੰ ਮੜੀਆਂ ਤੱਕ ਲੈ ਜਾਣਾ ਥੋੜਾ ਗਾਂ, ਪਰ ਇਹ ਤੋਂ ਅੱਗੇ ਉਹਨਾਂ ਨੇ ਵੀ ਨਹੀਂ ਜਾਣਾ। ਜੇ ਤੇਰੀ ਕੋਈ ਪ੍ਰਤਿਪਾਲਣਾ ਕਰਦਾ ਹੈ ਤੇ ਉਹ ਇੱਕ ਪਰਮੇਸ਼ਰ ਕਰਦਾ ਹੈ। ਇਨਸਾਨ ਨੇ ਸੰਸਾਰ ਮਾੜਾ ਨਹੀਂ, ਪਰ ਸੰਸਾਰ ਤੱਕ ਰਹਿ ਜੇ। ਜਦੋਂ ਸੰਸਾਰ ਤੱਕ ਗੱਲ ਰਹੇਗੀ, ਕਿਸੇ ਚੀਜ਼ ਦਾ ਕਿਸੇ ਕੋਲ ਚੰਗਾ ਰੁਤਬਾ ਹੈ, ਜੇ ਉਹ ਦਿਲ ਤੱਕ ਰੱਖੇ ਨਾ ਤੇ ਰੁਤਬਾ ਅਹੰਕਾਰ ਨਹੀਂ ਜੇ ਬਣਦਾ। ਰੁਤਬਾ ਹੋਣਾ ਚੰਗੀ ਗੱਲ ਆ, ਜੇ ਆਪਣੇ ਪੱਲੇ 4 ਟਕੇ ਹੋਣਗੇ ਕਿਸੇ ਦੀ ਮਦਦ ਕਰੇਗਾ। ਆਪਣੇ ਪੱਲੇ ਕੁਝ ਨਹੀਂ, ਕਿਸੇ ਦੀ ਮਦਦ ਕੀ ਕਰੇਗਾ। ਪਰ ਜੇ ਤੇ ਰੁਤਬਾ ਦਿਲ ਤੱਕ ਰਹਿ ਗਿਆ ਵੀ ਵਾਹਿਗੁਰੂ ਤੇਰਾ ਸ਼ੁਕਰ ਆ ਤੂੰ ਰੁਤਬਾ ਦਿੱਤਾ, ਫਿਰ ਤੇ ਰੁਤਬਾ ਮੁਬਾਰਕ ਹੈ। ਜੇ ਰੁਤਬਾ ਦਿਲ ਤੋਂ ਚਲ ਗਿਆ ਦਿਮਾਗ ਤੱਕ, ਫਿਰ ਇਹੀ ਰੁਤਬੇ ਨੇ ਤੇਰੇ ਨਰਕਾਂ ਦਾ ਦਰਵਾਜ਼ਾ ਖੋਲ ਦੇਣਾ। ਮਹਾਰਾਜ ਕਹਿੰਦੇ ਨੇ ਅਨਾਥ ਨਾਥ ਗੋਬਿੰਦ ਗੋਪਾਲ, ਅਕਾਲ ਪੁਰਖ ਵਾਹਿਗੁਰੂ ਅਨਾਥਾਂ ਦਾ ਨਾਥ ਹੈ। ਸਰਬ ਘਟਾ ਕਰਤ ਪ੍ਰਤਪਾਲ। ਆਪਾਂ ਤੇ ਆਪਣੇ ਟੱਬਰ ਦੇ 4 ਜੀ ਪਾਲ ਕੇ ਨਾ, ਕਈ ਵਾਰੀ ਬੰਦਾ ਛਾਤੀ ਤੇ ਹੱਥ ਮਾਰਦਾ ਵੀ ਮੈਂ ਤੈਨੂੰ ਰੱਖਿਆ, ਮੈਂ ਹੀ ਤੁਹਾਨੂੰ MBBS ਕਰਾਤੀ, ਕਿਸੇ ਨੇ ਕਰਾਉਣੀ ਸੀ। ਤੇ ਭਾਗਾਂ ਵਾਲਿਓ, ਧੀਆਂ ਪੁੱਤਾਂ ਦੀ ਜੇ ਮਾਪੇ ਵੀ ਕਰਕੇ ਇੰਜ ਤਾਨਾ ਦੇਣ ਲੱਗ ਪਏ, ਜੇ ਧੀਆਂ ਪੁੱਤਾਂ ਦਾ ਕਰਕੇ ਜੇ ਤੁਸੀਂ ਇਹ ਆਖੋਗੇ ਵੀ ਮੈਂ ਜਿਹੜਾ ਬੂਟਾ ਲਾਇਆ ਮੈਂ ਹੀ ਪਾਣੀ ਨਹੀਂ ਦੇਣਾ, ਬੂਟਾ ਤੇ ਸੁੱਕੇਗਾ ਹੀ ਨਾ। ਆਪਣਾ ਫਰਜ਼ ਪੂਰਾ ਕਰੀਏ। ਅੱਜ ਸਮਾਜ ਦੇ ਅੰਦਰ ਮੈਂ ਹੱਥ ਜੋੜ ਕੇ ਮਾਫੀ ਵੀ ਨਾਲ ਤੁਹਾਡੇ ਕੋਲ ਮੰਗ ਲੈਣਾ, ਇਹ ਵੀ ਗੱਲ ਸੱਚੀ ਆ ਵੀ ਧੀਆਂ ਪੁੱਤ ਵੀ ਬਾਗੀ ਹੋ ਰਹੇ ਨੇ,
ਪਰ ਤੁਸੀਂ ਇਹ ਨਹੀਂ ਕਹਿ ਸਕਦੇ, ਥੋੜਾ ਜਿੰਨਾ ਧਿਆਨ ਦਿਓ, ਵੀ ਕੱਲਾ ਧੀਆਂ ਪੁੱਤਾਂ ਦਾ ਕਸੂਰ ਹੈ। ਇਹ ਨਹੀਂ ਕਹਿ ਸਕਦੇ। 100 ਘਰ ਦੇ ਵਿੱਚੋਂ 90 'ਚ ਜੇ ਧੀਆਂ ਪੁੱਤਾਂ ਦਾ ਕਸੂਰ ਹੈ, 10 ਘਰ ਐਸੇ ਵੀ ਨੇ ਜਿੱਥੇ ਮਾਪਿਆਂ ਨੇ ਗੋਡਣੀਆਂ ਲਵਾਤੀਆਂ, ਗੋਡਣੀਆਂ ਟਕਾਤੀਆਂ ਬੱਚਿਆਂ ਦੀਆਂ। ਉਹ ਕਹਿੰਦੇ ਅਸੀਂ ਸੇਵਾ ਕਰਨੀ ਚਾਹੁੰਦੇ ਆ, ਅਸੀਂ ਚਾਹੁੰਦੇ ਆ ਸਾਡਾ ਬਾਪੂ ਸਾਡੇ ਕੋਲ ਰਵੇ, ਪਰ ਪੁੱਤ ਉੱਠ ਕੇ ਜਾਣਾ ਚਾਹੁੰਦਾ ਹੈ, ਸੀਸਗੰਜ ਜਾ ਕੇ ਝਾੜੂ ਦੇਣੀ ਚਾਹੁੰਦਾ ਹੈ, ਤੱਪੜ ਝਾੜਨੇ ਚਾਹੁੰਦਾ ਹੈ। ਬਾਪੂ ਆਂਦਾ ਮੇਰੀ ਤੇ ਰਾਤ ਦੀ ਪੀਤੀ ਲੱਥੀ ਨਹੀਂ ਅਜੇ, ਪਹਿਲਾਂ ਮੈਨੂੰ ਇੱਥੇ ਮੇਰੀ ਸੇਵਾ ਕਰ। ਲਾਈਵ ਚੱਲ ਰਿਹਾ ਸੋਸ਼ਲ ਮੀਡੀਆ ਤੇ, ਪੂਰੀ ਦੁਨੀਆ ਦੇ ਅੰਦਰ ਜਾ ਰਿਹਾ। ਇੱਕ ਗੱਲ ਬੇਨਤੀ ਕਰਦੇ ਆ, ਡੇਰਾ ਬਾਬਾ ਨਾਨਕ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਤੇ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਮਹਾਰਾਜ, ਉਹਨਾਂ ਦਾ ਟਾਹਲੀ ਸਾਹਿਬ ਗੁਰਦੁਆਰਾ, ਉਸ ਅਸਥਾਨ ਦੇ ਉੱਤੇ ਬਾਬਾ ਜੀ ਬੈਠੇ ਸੇਵਾ ਕਰ ਰਹੇ, ਤੇ ਇੱਕ ਅੰਮ੍ਰਿਤਸਰ ਦੇ ਪ੍ਰੇਮੀ ਗੁਰਵਿੰਦਰ ਸਿੰਘ ਤੇ ਨਾਲ ਉਹਨਾਂ ਦਾ ਇੱਕ ਸਾਥੀ ਜਿਹੜਾ ਮਾਸਟਰ ਸੀ, ਔਨ ਰਿਕਾਰਡ ਗੱਲ ਆ, ਦੋਨੋਂ ਬੰਦੇ ਜਿਉਂਦੇ ਨੇ। ਮਹਾਰਾਜ ਦੇ ਦਰ ਦੇ ਉੱਤੇ ਸੇਵਾ ਕਰਨ ਵਾਲੇ ਉਹ ਬ੍ਰਹਮ ਗਿਆਨੀ ਬਾਬਾ ਜੀ ਵੀ ਜਿਉਂਦੇ ਨੇ। ਜਦੋਂ ਉੱਥੇ ਗਏ ਨਾ ਤੇ 2-4 ਵਾਰੀ ਜਾਣਾ ਕੀਤਾ। ਗੁਰੂ ਦਾ ਦਰ ਸੀ, ਗੁਰੂ ਦੇ ਪੁੱਤ ਦਾ ਦਰ ਸੀ, ਆਨੰਦ ਤੇ ਆਉਣਾ ਸੀ, ਕੋਈ ਸ਼ੱਕ ਨਹੀਂ। 2-4 ਵਾਰੀ ਗਏ ਤੇ ਬਾਬਾ ਜੀ ਦੇ ਲਾਗੇ ਬਹਿਣਾ ਚਾਲੂ ਕਰਤਾ। ਬਾਬਾ ਜੀ ਨੇ ਵੀ ਗੁਰੂ ਘਰ ਦੀ ਵਡਿਆਈ ਉਹਨਾਂ ਨੂੰ ਦੱਸਿਆ ਕਰਨੀ, ਦੁੱਖ ਸੁੱਖ ਫੋਲਿਆ ਕਰਨੇ, ਮਨ ਠੰਡਾ ਹੋ ਜਾਂਦਾ ਬੰਦੇ ਦਾ। ਇੱਕ ਦਿਨ ਉਹ ਦੋਵੇਂ ਸਾਥੀ ਗਏ ਤੇ ਹੁਣ ਵੇਖੋ, ਜਿਹੜਾ ਰੱਬ ਦੀ ਤਾਬਿਆ 'ਚ ਬਹਿੰਦਾ ਨਾ, ਇਹਦਾ ਬੜਾ ਵੱਡਾ ਰੁਤਬਾ ਜੀ। ਰਾਜੇ ਦਾ ਜਿਹੜਾ ਵਜ਼ੀਰ ਹੁੰਦਾ ਨਾ, ਹੋਰ ਸੌਖਾ ਕਰ ਦਈਏ, ਮੰਤਰੀ ਦਾ ਜਿਹੜਾ ਪੀਏ ਹੁੰਦਾ ਉਹਨੇ ਹੀ ਟਾਈਮ ਦਿਵਾਉਣਾ ਹੁੰਦਾ। ਉਹ ਚਾਹਵੇ ਤੇ ਟਾਈਮ ਦਿਵਾ ਦੇ, ਨਾ ਚਾਹਵੇ ਤੇ ਐਮਐਲਏ ਨੂੰ ਵੀ ਕਹਿ ਦੇ ਵੀ ਨਾ ਭਾਈ ਤੈਨੂੰ ਟਾਈਮ ਨਹੀਂ ਹੈ, ਮੈਂ ਹੀ ਦਿਵਾਉਣਾ ਸਭ ਕੁਝ। ਜਿਹੜਾ ਗੁਰੂ ਦਾ ਵਜ਼ੀਰ ਹੈ ਨਾ, ਇਹਦਾ ਅਹੁਦਾ ਬੜਾ ਵੱਡਾ ਜੀ। ਉਹ ਜਦੋਂ ਲਾਗੇ ਜਾ ਕੇ ਬਹਿਣ ਲੱਗੇ ਨਾ, ਇੱਕ ਵਾਰੀ ਬਹਿ, 2 ਵਾਰੀ ਬਹਿ, ਉਹ ਬਾਬਾ ਜੀ ਬੜੇ ਸਿਆਣੇ ਸੀ, ਬੰਦਗੀ ਵਾਲੇ ਸੀ। ਉਹਨਾਂ ਨੇ ਇੱਕ ਦਿਨ ਆਖਿਆ, ਕਹਿੰਦੇ ਕਾਕਾ ਤੇਰੇ ਨਾਲ ਜਿਹੜਾ ਇਹ ਸੱਜਣ ਆਉਂਦਾ, ਕਿੰਨੀ ਕੁ ਉਮਰ ਹੈ ਤੇਰੀ ਸੱਜਣਾ? ਉਹਨੇ ਆਖਿਆ ਵੀ ਮੇਰੀ 55-57 ਸਾਲ ਉਮਰ ਹੈ। ਉਹਨੇ ਮਾਸਟਰ ਨੂੰ ਪੁੱਛਿਆ, ਧਿਆਨ ਦੇ ਕੇ ਸੁਣਿਆ ਜੇ, ਥੋੜੀ ਜਿੰਨੀ ਇਕਾਗਰਤਾ, ਮੇਰੇ ਕੋਲ ਇੰਜ ਕਥਾ ਨਹੀਂ ਹੁੰਦੀ, ਥੋੜੀ ਜਿੰਨੀ ਇਕਾਗਰਤਾ ਬਖਸ਼ੋ। ਵੇਖੋ, ਆਪਾਂ ਸਾਰਿਆਂ ਨੇ ਨਾਮ ਦਾ ਭੋਜਨ ਜੇ ਘਰ ਲੈ ਜਾਈਏ ਤੇ ਭਲਾ ਸਾਰਿਆਂ ਦਾ ਹੀ, ਮੇਰਾ ਇਕੱਲੇ ਦਾ ਨਹੀਂ, ਨਾ ਤੁਹਾਡਾ ਇਕੱਲਿਆਂ ਦਾ। ਤੇ ਆਪਾਂ ਇੱਕ ਦੂਜੇ ਕੋਲ ਲੈਣਾ ਵੀ ਨਹੀਂ ਵੀ ਮੈਂ ਤੁਹਾਨੂੰ ਕਹਿਣਾ ਥੋੜੀ ਜਿੰਨੀ ਕਿਰਪਾ ਕਰ ਦਿਓ। ਕਿਰਪਾ ਤੇ ਇੱਕ ਦਾਤੇ ਨੇ ਕਰਨੀ ਹੈ। ਜੋ ਤੁਸੀਂ ਲੈ ਗਏ ਤੁਹਾਡਾ ਬੈਂਕ ਬੈਲੈਂਸ ਹੈ, ਜੋ ਮੈਂ ਲੈ ਗਿਆ ਮੇਰਾ, ਤੇ ਲਾਹਾ ਖੱਟ ਲਈਏ। ਉਹਨੇ ਆਖਿਆ, ਕਾਕਾ ਜਿਹੜਾ ਤੇਰੇ ਨਾਲ ਮਾਸਟਰ ਹੈ, ਪੁੱਤਰਾ ਤੇਰੀ ਕਿੰਨੀ ਉਮਰ ਆ? ਉਹਨੇ ਆਖਿਆ ਮੇਰੀ ਉਮਰ 45 ਤੋਂ ਥੱਲੇ ਆ। ਕਹਿੰਦਾ ਜਿਹਦੀ ਉਮਰ 55 ਤੋਂ ਤਾਂ ਉਹਦੇ ਚਿਹਰੇ ਤੇ ਨੂਰ ਆ, ਤੇਰੇ ਚਿਹਰੇ ਤੇ ਨੂਰ ਕਿਉਂ ਨਹੀਂ? ਮਾਸਟਰ ਆ, ਸਰਕਾਰੀ ਨੌਕਰੀ ਆ, ਧਨ ਦੌਲਤ ਆ, ਰੁਤਬਾ ਹੈ, ਪੈਸਾ ਹੈ, ਕਿਸੇ ਗੱਲ ਦੀ ਝੁਰਲੀ ਨਹੀਂ ਆਉਣੀ ਚਾਹੀਦੀ। ਪੁੱਤਰਾ ਗੁੱਸਾ ਨਾ ਕਰੀ, ਮੈਨੂੰ ਇੰਜ ਲੱਗਦਾ ਰਾਤ ਦੀ ਪੀਤੀ ਲੱਥੀ ਨਹੀਂ ਅਜੇ। ਦੋਨੋਂ ਬੰਦੇ ਜਿਉਂਦੇ ਆ। ਪੀਟੀਸੀ ਦੇ ਉੱਤੇ ਮੈਂ ਲਾਈਵ ਗੱਲ ਕਰ ਰਿਹਾ। ਤੁਹਾਨੂੰ ਨਾ ਯਕੀਨ ਹੋਵੇ, ਤੁਸੀਂ ਮੇਰੇ ਕੋਲ ਨੰਬਰ ਲੈ ਸਕਦੇ। ਦੋਨੋਂ ਬੰਦੇ ਤੇ ਬਾਬਾ ਜੀ ਵੀ ਜਿਉਂਦੇ ਆ। ਕੀ ਕਰਾਂਗੇ ਆਪਾਂ? ਇੱਥੇ ਤੇ ਇਨਸਾਨ ਰਾਤ ਪੀ ਕੇ ਸੌਂ ਕੇ, ਤੇ ਕਈ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਇੰਨਾ ਕੁ ਦੁਖੀ ਕਰਤਾ। ਕਈ ਬੰਦੇ ਕਹਿੰਦੇ ਨੇ ਵੀ, ਜਾਂ ਹੁਣ ਇਹ ਤੇ ਕਹਿ ਨਹੀਂ ਸਕਦੇ ਵੀ ਸਾਡੇ ਮਾਪੇ ਮਰ ਜਾਣ, ਕੋਈ ਨਹੀਂ ਕਹਿੰਦਾ। ਉਹ ਕਹਿੰਦਾ ਵਾਹਿਗੁਰੂ ਮੈਂ ਇਹ ਤੇ ਨਹੀਂ ਕਹਿੰਦਾ ਇਹ ਚਲੇ ਜਾਣ, ਤੂੰ ਮੈਨੂੰ ਲੈ ਜਾ। ਮੈਂ ਖੁਦ ਵੇਖੇ ਨੇ, ਸਾਨੂੰ ਰੋਜ਼ ਫੋਨ ਆਉਂਦੇ ਨੇ। ਕੋਈ ਆਖਦਾ ਮੈਂ ਦੁਖੀ, ਕੋਈ ਆਖਦਾ ਮੈਂ ਪਹਿਲਾਂ ਸੋਚਦਾ ਸੀ ਸ਼ਾਇਦ ਬੱਚੇ ਹੀ ਬਾਗੀ ਨੇ, ਮੈਂ ਪਹਿਲਾਂ ਸੋਚਦਾ ਸੀ, ਪਰ ਹੁਣ ਆ ਕੇ ਪਤਾ ਲੱਗਾ ਨਹੀਂ। ਜਦੋਂ ਧੀਆਂ ਬੱਚੀਆਂ ਵੀਰ ਛੋਟੇ ਆਖਦੇ ਨੇ ਵੀ ਬਾਬਾ ਜੀ ਮੈਂ ਰੋ ਦੱਸਦੇ, ਕਹਿੰਦੇ ਵੀ ਅਸੀਂ ਤੁਹਾਡੇ ਅੱਗੇ ਦੁੱਖੜਾ ਬੋਲਦੇ, ਸਾਡਾ ਦੁੱਖ ਕੱਢ ਕੇ ਤੇ ਦੱਸੋ ਸਾਡਾ ਕਸੂਰ ਕੀ ਆ। ਜੇ ਗੁਰਦੁਆਰੇ ਆਉਂਦੇ ਜੇ ਨਾ, ਤੁਸੀਂ ਨਹੀਂ ਦੱਸਣਾ ਕਿਸੇ ਨੂੰ ਮੈਂ ਗੁਰਦੁਆਰੇ ਜਾ ਕੇ ਝਾੜੂ ਦਿੰਨਾ, ਮੈਂ ਗੁਰਦੁਆਰੇ ਜਾ ਕੇ ਭਾਂਡੇ ਧੋਣਾ, ਮੈਂ ਨਿਤ ਜਾਣਾ ਹੈ। ਤੇਰਾ ਜੀਵਨ ਬੋਲੇ, ਤੇਰਾ ਆਚਰਣ ਬੋਲੇ, ਲੋਕ ਆਖਣ। ਜੇ ਤੇਰੀ ਗਲੀ 'ਚ ਵੀ ਕੋਈ ਜਾਵੇ ਨਾ, ਉਹ ਆਖੇ ਹਾਂ ਗਲੀ ਦੇ ਅੰਦਰ 100 ਘਰ ਆ, 100 ਬਿਲਡਿੰਗਾਂ ਹੋਣਗੀਆਂ, ਪਰ 100 ਦੇ ਵਿੱਚੋਂ ਇੱਕ ਹੀ ਸਤਿਪੁਰਸ਼ ਆ। ਉਹ ਆਖਣਗੇ ਕਿਵੇਂ? ਕਹਿੰਦੇ ਕਿਰਦਾਰ ਬੋਲਦਾ ਹੈ ਬੰਦੇ ਦਾ। ਸੰਤ ਇੱਕ ਸ਼ਬਦ ਆਪਾਂ ਬੜਾ ਬਦਨਾਮ ਕਰ ਦਿੱਤਾ। ਸੰਤ ਇੱਕ ਐਸੀ ਪਦਵੀ ਸੀ ਜਿਹੜੀ ਰੱਬ ਦੇ ਬਰਾਬਰ ਸੀ, ਰੱਬ ਦੀ ਖੇਡ ਸੀ।
ਜੋ ਸੰਤ ਕਹਿ ਦਿੰਦੇ ਸੀ ਪੂਰਾ ਹੋ ਜਾਂਦਾ, ਪਰ ਕੋਈ ਬਣੇ ਤੇ ਸਹੀ ਜੀ। ਕੱਲਾ ਚੌਲਾ ਪਾਉਣ ਨਾਲ ਸੰਤ ਆ ਜੀ? ਨਹੀਂ। ਤੇਰੇ ਕੰਮ ਐਸੇ ਹੋਣ ਜਿੱਦਣ ਗੁਰੂ ਘਰ ਆ ਕੇ ਤੂੰ ਸੇਵਾ ਕਰਨ ਲੱਗ ਪਿਆ, ਕਾਮ, ਕ੍ਰੋਧ, ਲੋਭ, ਮੋਹ ਇਹ ਸਾਰੇ ਛੁੱਟ ਜਾਣੇ ਆ ਜੀ। ਫਿਰ ਲੋਕਾਂ ਨੇ ਤੈਨੂੰ ਤੁਰੇ ਜਾਂਦੇ ਨੂੰ ਕਹਿਣਾ, ਤੂੰ ਨਹੀਂ ਕਿਸੇ ਨੂੰ ਕਹਿਣਾ ਮੈਨੂੰ ਸੰਤ ਕਹਿ, ਮੈਨੂੰ ਸਾਧ ਕਹਿ, ਲੋਕਾਂ ਨੇ ਕਹਿਣਾ ਉਹਦਾ ਜੀਵਨ ਸੰਤ ਵਰਗਾ ਹੈ, ਉਹ ਬੰਦਾ ਸੰਤ ਹੈ। ਦੂਜਾ ਕਹਿੰਦਾ ਕਿਵੇਂ ਸੰਤ ਆ? ਉਹ ਕਹਿੰਦਾ ਯਾਰ ਉਹਦਾ ਤੇ ਜੀਵਨ ਹੀ ਵੇਖਣ ਵਾਲਾ, ਕਿਤੇ ਲਾਗੇ ਬਹਿ ਤੇ ਜਾਈਏ ਸਹੀ। ਉਹਦੇ ਲਾਗੇ ਤੇ ਨਿੰਦਕ ਵੀ ਬਹਿ ਜਾਵੇ ਤੇ ਉਹ ਵੀ ਜਿਹੜਾ ਰੱਬ ਦਾ ਪਿਆਰਾ ਬਣ ਜਾਂਦਾ ਹੈ। ਸੋ ਹੱਥ ਜੋੜ ਕੇ ਬੇਨਤੀ ਆ ਭਾਗਾਂ ਵਾਲਿਓ, ਆਪਣੇ ਆਪ ਨੂੰ ਆਪਾਂ ਚੰਗੇ ਆਚਰਣ ਦੇ ਵਿੱਚ ਲੈ ਕੇ ਆਈਏ। ਦੁਨੀਆ ਆਖੇ ਅੱਜ ਕਿੰਨੇ ਬੰਦੇ ਨੇ, ਜੇ ਤੁਸੀਂ ਲਿਸਟ ਗਿਣਨੀ ਚਾਲੂ ਕਰੋ, ਕੋਈ ਕਹਿੰਦਾ ਮੈਂ 500 ਬੰਦੇ ਨੂੰ ਅੰਮ੍ਰਿਤ ਛਕਾਤਾ, ਕੋਈ ਕਹਿੰਦਾ ਮੈਂ 1000 ਨੂੰ ਛਕਾਤਾ। ਮੁਬਾਰਕ ਹੈ ਭਾਈ, ਪਰ ਇਹ ਵੀ ਤੇ ਵੇਖ ਲਓ ਉਹਨਾਂ ਵਿੱਚੋਂ ਬਚ ਕੇ ਕਿੰਨੇ ਰਹਿ ਗਏ ਨੇ। ਕਈ ਬੰਦੇ ਤੇ ਆਖਦੇ ਕਹਿੰਦੇ ਕੋਈ ਗੱਲ ਨਹੀਂ, ਪੁਰਾਣਾ ਹੀ ਗਾਤਰਾ ਪਿਆ, ਜਾ ਕੇ ਪਾਲਾਂਗੇ, ਕਿਹੜੀ ਔਖੀ ਗੱਲ ਆ, ਆ ਦੀਵਾਲੀ ਕੱਢ ਲਈਏ, ਕੁੜਮਾਚਾਰੀ ਨੇ ਆਉਣਾ ਭਾਈ, ਫੇਰ ਅੰਮ੍ਰਿਤ ਛਕ ਲਾਂਗੇ। ਫਿਰ ਜਾ ਕੇ ਉੱਥੇ ਪੰਜਾਂ ਪਿਆਰਿਆਂ ਦੇ ਅੱਗੇ ਮੈਨੂੰ ਸਿੱਖੀ ਬਖਸ਼ੋ। ਕਹਿੰਦੇ ਕੀ ਹੋਇਆ ਸੀ? ਕਹਿੰਦੇ ਕੁੜਮਾਚਾਰੀ ਆ ਗਈ, 2-4 ਵਿਆਹ ਆ ਗਏ। ਕਹਿੰਦਾ ਚੱਲ ਕੋਈ ਨਹੀਂ ਭਾਈ, ਫੇਰ ਬਖਸ਼ ਦਿੱਤੀ। ਫਿਰ ਲੋਹੜੀ ਆ ਗਈ ਅੱਗੇ ਜੀ, ਠੰਡ ਬੜੀ ਆ ਜੀ, ਆਏ ਗਈ ਦੀ ਸੇਵਾ ਨਹੀਂ ਹੁੰਦੀ। ਫਿਰ ਗਿਆ ਸਿੱਖੀ ਬਖਸ਼ੋ। ਉਹ ਪੰਜਾਂ ਪਿਆਰਿਆਂ ਦੇ ਵੀ ਹੱਥ ਜੋੜ ਕੇ ਅੱਗੋਂ ਆਖਣਾ ਹੁਣ ਤੁਸੀਂ ਸਾਨੂੰ ਬਖਸ਼ੋ, ਵੀ ਹੁਣ ਸਾਨੂੰ ਬਖਸ਼ ਦਿਓ, ਤੁਸੀਂ ਸਿੱਖੀ ਨੂੰ ਬਖਸ਼ ਦਿਓ, ਤੁਹਾਨੂੰ ਸਿੱਖੀ ਦੀ ਨਹੀਂ। ਭਾਗਾਂ ਵਾਲਿਓ, ਆਪਣੇ ਆਪ ਨੂੰ ਕੱਲਾ ਬਾਣਾ ਪਾ ਕੇ ਨਾ ਆਖੀਏ ਮੈਂ ਗੁਰੂ ਵਾਲਾ, ਤੇਰਾ ਆਚਰਣ ਇੰਨਾ ਕੁ ਪਿਆਰਾ ਬਣ ਜੇ। ਗੁਰੂ ਤੇਰੀ ਪ੍ਰਤਪਾਲਣਾ ਕਰ ਰਿਹਾ, ਦਿਨ ਰਾਤ ਤੇਰੇ ਸਵਾਸਾਂ ਦੀ ਰਾਖੀ ਕਰ ਰਿਹਾ, ਕਦੀ ਸ਼ੁਕਰ ਵੀ ਤੇ ਕਰ। ਮਹਾਰਾਜ ਆਖਦੇ ਨੇ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ, ਘਟ ਘਟ ਮੈਂ ਹਰਜੂ ਬਸੈ। ਹਰੇਕ ਦੀ ਪ੍ਰਿਤ ਪਾਲਣਾ ਕਰ ਰਿਹਾ ਹੈ, ਹਰੇਕ ਨੂੰ ਸਵਾਸ ਦੇ ਰਿਹਾ। ਬੰਦਾ ਪਤਾ ਕੀ ਆਖਦਾ, ਮੈਨੂੰ ਰੱਬ ਨੇ ਦਿੱਤਾ ਕੀ ਹੈ? ਬੰਦੇ ਦਾ ਪਹਿਲਾ ਸਵਾਲ, ਮੈਨੂੰ 20 ਸਾਲ ਹੋ ਗਏ ਅਜੀ ਗੁਰਦੁਆਰੇ ਜਾਂਦੇ, ਅਜੇ ਤੱਕ ਮੇਰੇ ਕੋਲ ਘਰ ਨਹੀਂ ਬਣਿਆ। ਭਾਗਾਂ ਵਾਲਿਆ, ਮਿਹਨਤ ਤੂੰ ਕਰਨੀ ਸੀ, ਮਿਹਨਤ ਤੂੰ ਕਰਨੀ ਸੀ, ਚੰਗੀ ਨੀਤ ਨਾਲ ਕਰਨੀ ਸੀ। ਰੱਬ ਨੇ ਤੇ ਤੈਨੂੰ ਬਰਕਤ ਦੇਣੀ ਸੀ, ਉਹਨੇ ਦੇ ਹੀ ਦੇਣੀ। ਉਹਨੇ ਕਿਸੇ ਨੂੰ ਪੁੱਛ ਕੇ ਥੋੜੀ ਦੇਣੀ ਹੈ। ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨ ਹਾਰ, ਦੇਂਦੇ ਤੋਟ ਨਾ ਆਵਈ ਆ ਗਣਤ ਭਰੇ ਭੰਡਾਰ। ਜਦੋਂ ਬੰਦਾ ਇਹ ਸੋਚ ਲੇਗਾ ਨਾ ਵੀ ਇੱਕ ਨੇ ਦੇਣਾ, ਤੇ ਕਈ ਕੀ ਕਰਦੇ ਆ ਜੀ, ਇੱਕ ਦਿਨ ਆ ਕੇ ਗੁਰਦੁਆਰੇ, ਸਾਰੇ ਧਰਮ ਸਥਾਨ ਚੰਗੇ ਨੇ, ਮੁਬਾਰਕ ਨੇ, ਜਿਹੜੇ ਮੰਨਦੇ ਨੇ ਸੱਤ ਆ, ਪਰ ਜਿਹੜਾ ਬਹੁਤਿਆਂ ਘਰਾਂ ਦਾ ਪ੍ਰਾਹੁਣਾ ਹੁੰਦਾ ਨਾ, ਕਈ ਵਾਰੀ ਉਹ ਭੁੱਖਾ ਹੀ ਰਹਿ ਜਾਂਦਾ ਹੁੰਦਾ ਜੀ। ਉਹ ਕਹਿੰਦਾ ਚੱਲ ਉੱਥੋਂ ਜਾ ਕੇ ਛਕ ਲਾਂਗੇ, ਉੱਥੋਂ ਛਕ ਲਾਂਗੇ, ਇਹਦੇ ਚੱਕਰ ਦੇ ਵਿੱਚ ਮਿਲਦਾ ਕਿਤੋਂ ਵੀ ਨਹੀਂ। ਜਿਹੜਾ ਹਰੇਕ ਦੀ ਪ੍ਰਿਤ ਪਾਲਣਾ ਕਰ ਰਿਹਾ ਹੈ ਨਾ, ਉਸ ਪਰਮੇਸ਼ਰ ਅੱਗੇ ਝੁਕ। ਆਦ ਪੁਰਖ ਕਾਰਨ ਕਰਤਾਰ, ਜਿਹੜਾ ਮੁੱਢ ਤੋਂ ਸੀ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ। ਜਿਹੜਾ ਮੁੱਢ ਤੋਂ ਸੀ ਪਰਮੇਸ਼ਰ, ਜਿਹੜਾ ਸਾਰਿਆਂ ਦੇ ਅੰਦਰ ਵਸਿਆ ਹੈ, ਹਰੇਕ ਦੀ ਪ੍ਰਿਤ ਪਾਲਣਾ ਕਰ ਰਿਹਾ ਹੈ। ਭਗਤ ਜਨਾ ਕੇ ਪ੍ਰਾਨ ਆਧਾਰ, ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ ਭਗਤ ਜਨ, ਉਹਨਾਂ ਦੇ ਸਵਾਸਾਂ ਦੀ, ਉਹਨਾਂ ਨੂੰ ਇਹ ਆਸਰਾ ਹੈ ਰੱਬ ਦਾ। ਮੇਰਾ ਤੇ ਆਸਰਾ ਹੀ ਸਤਿਗੁਰੂ ਤੂੰ, ਮੈਨੂੰ ਤੇ ਸਵਾਸਾਂ ਦਾ, ਆਪਣੇ ਸਵਾਸਾਂ ਦਾ ਭਰੋਸਾ ਨਹੀਂ। ਹਮ ਆਦਮੀ ਹਾਂ ਇੱਕਦਮੀ, ਪਰ ਮੇਰੇ ਸਵਾਸਾਂ ਦਾ ਮਾਲਕ ਤੂੰ ਹੈ, ਰਾਖਾ ਤੂੰ ਹੈ। ਮੈਨੂੰ ਤੇ ਤੇਰਾ ਹੀ ਆਸਰਾ ਹੈ, ਤੇਰਾ ਹੀ ਟੇਕ ਆ, ਤੇਰਾ ਹੀ ਆਧਾਰ ਹੈ। ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੇ ਮਨ ਹੀਤ। ਕਹਿੰਦੇ ਜੋ ਜੋ ਜਪਦਾ ਹੈ ਨਾ, ਰੱਬ ਦਾ ਨਾਮ ਸਿਮਰਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ। ਪੁਨੀਤ ਸ਼ਬਦ 3 ਵਾਰ ਪਵਿੱਤਰ ਕਹੀਏ ਨਾ, ਤੇ ਫਿਰ ਬਣਦਾ ਪਵਿੱਤਰ 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 ਪੁਨੀਤ। ਕਹਿੰਦੇ ਹੋ ਜਾਂਦਾ, ਪਰ ਕਹਿੰਦੇ ਭਗਤ ਭਾਏ, ਰੱਬ ਦੀ ਭਗਤੀ ਜਿਹੜੀ ਆ ਉਹ ਭਾ ਜਾਏ। ਲਾਵੇ ਮਨ ਹੀਤ, ਰੱਬ ਦੇ ਸ਼ਬਦ ਦੇ ਨਾਲ ਪਿਆਰ ਪਾਲੇ। ਹਮ ਨਿਰਗੁਣ ਯਾਰ ਨੀਚ ਅਜਾਨ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ। ਸਾਡੇ ਵਿੱਚ ਗੁਣ ਕੋਈ ਨਹੀਂ, ਹਮ ਨਿਰਗੁਣ ਯਾਰ, ਨੀਚ ਅਜਾਨ, ਅਣਜਾਣਿਆ। ਮਹਾਰਾਜ ਕਹਿੰਦੇ ਨੇ, ਬੜਾ ਪਿਆਰਾ ਬਚਨ ਆ, ਕਹਿੰਦੇ ਜੇ ਤੇਰੇ ਪੱਲੇ ਗੁਣ ਨਹੀਂ ਨਾ, ਜੇ ਤੂੰ ਨੀਚ ਆ,
सतगुरु सच्चे पातशाह जी समझाउणा करते ने, कहते जे तू अजाण आ ना तो एक काम करी, निर्गुण आरे आन्या सो प्रभ सदा संभाल। निर्गुण आरिया तेरे पल्ले गुण नहीं, ये आन्या निर्गुण यार ये आन्या सो प्रभ सदा संभाल। तू एक काम कर, रब दा नाम चेते कर ला। जिन दिया तिस चित रख नानक निभही नाल। जिन्ने परमेश्वर ने तेनू जीवन दिता है ना, उस परमेश्वर की आराधना करिया कर। नानक निभही नाल चेते रखी। इत्थे भी बापू ने सुचेत कर दिता, किसी साक संबंधी ने तेरे नाल नहीं जाना, नाल तेरे उस परमेश्वर ने निभना है। नानक तुमरी शरण पुरख भगवान। हे सतगुरु मैं तेरी शरण आया है। तू सतगुरु सच्चे पातशाह जेड़ा तेरी शरण आंदा है ना, ओदी तू लाज रख लेना। कहंदे प्रभ की शरण सगल भै लाथे। सारे दुख मिट जाते हैं। दुख बिन से सुख पाया। दयाल हुआ पार ब्रह्म स्वामी पूरा सतगुरु ते आया। ये तेरी दयालता है मेरे मालका, मैनू बिठा के ते अपने चरनां दे नाल लाया। दुनिया दे अंदर इंसान गुरु चरनां दे विच बैठ जावे। वेखो बैठना भी ना थोड़ी जिन्नी बेनती करते हैं, दो तरह का है। कई बार इंसान गुरु चरनां च बैठा हुंदा ते अखां नहीं जे बहन दिंदियां। थोड़ा जिन्ना कौड़ा लगेगा पर सच। कई बार इंसान गुरु चरनां दे विच बैठा हुंदा ते औहदा नहीं जे बहन दिंदा। कई बार इंसान गुरु चरनां दे विच बैठा हुंदा, ये भी एक गल सच्चाई। इंसान नूं कई बारी चंगे कपड़े नहीं जे बहन दिंदे। हुण ये कईयां नूं गल समझ लग गई होनी आ, कईयां नूं थोड़ी जिन्नी किनका मात्र जिहड़ी है समझ वो परे रह गई। असल दे विच इंसान जिहड़ा सी ना, इंसान ने गुरु चरनां दे विच बह के केवल मन करके, तन नूं सुचेत करके बहना है, मन करके रब दे शब्द की आराधना सुननी सी, रब दे शब्द की आराधना करनी सी, सेवा करनी सी, सिमरन करना सी। पर इंसान दा मन ते कई बारी बैठा साध संगत विच हुंदा है ते मन ते किते ऑफिस बैठा हुंदा। इंसान बैठा गुरु चरनां दे विच हुंदा है, मन ते हुंदा मेरी फलानी जगह मीटिंग रह गई है। जदों इंसान मन करके आपां घड़ियां ते गिन लैंदे आ भी मैं इन्ना चिर इन्ने साल हो गए ने गुरु चरनां च आया, कदी ये भी वेख्या करो भी मन करके कितना काया। कई बार इंसान आंदा मेरी अरदास करदिआं नूं इन्ना लम्मा समा हो गया, मेरी अरदास प्रवान नहीं हुई। ये ना क्या करो अरदास प्रवान नहीं हुई, ये आख्या करो मेरे को अरदास नहीं हुई। जिदण अरदास होगी ना उस परमेश्वर ने करा ली, उस दिन अरदास प्रवान भी हो जाएगी। जिस दिन परमेश्वर ने तेरे ते दया करके तेरे को अरदास करा ली, ते अरदास की भी बेनती करते हैं, जिन्नी अरदास तुसीं अपनी आप गुरु नूं समर्पित होकर चरनां च कर सकते जे, दूजा नहीं जे कर सकता। ध्यान ना सुनियो। तुसीं किसी नूं मैसेज ही फोन ते दे दो, मैसेज ही फोन ते दे दो, मैं तुहाडे ऑफिस आया तुसीं मैनूं मिले नहीं, ਉਹਦੇ पीए ਨੂੰ कह दो, ਉਹਦੇ दफ्तर के किसी जी ਨੂੰ कह दो भी भाई तू फलाने बंदे ਨੂੰ मेरा मैसेज दे दे। ਤੁਸੀਂ जो वर्ड यूज ਕੀਤੇ ਹੋਣਗੇ ना, जो ਤੁਹਾਡੀ भावना होएगी, पहली गल ਤੁਹਾਡੀ भावना ना वो नहीं कह सकता। दूजी गल जो वर्ड ਤੁਸੀਂ कह के आओगे ना, वो वर्ड ਤੁਹਾਡੇ रह जाने, उन्हें अपने भावना कह देने। जदों इंसान गुरु अगे समर्पित हुंदा है ना, रखवाले प्रभु दे अगे, जो कुछ ओहदे अंदर दे फुरने आ ना, हे मेरे मालका, क्योंकि पता इंसान नूं खुद आ तू किहड़े काम तो दुखी आ, किहड़े कारज तो दुखी आ और कितना क दुखी आ, तू चाहुंदा की आ। जिन्ना इंसान अपना आप समर्पित करके अरदास अपनी खुद कर सकता है, उन्ना दूजा बंदा नहीं कर सकता। ये ना आख्या करिए सतगुरु मेरी अरदास प्रवान नहीं हुई,
ਇਹ ਆਖਿਆ ਕਰੀਏ ਸਤਿਗੁਰੂ ਮੇਰੇ ਕੋਲ ਅਜੇ ਤੱਕ ਅਰਦਾਸ ਹੀ ਨਹੀਂ ਹੋਈ। ਕੀ ਸਤਿਗੁਰੂ ਨੂੰ ਨਹੀਂ ਪਤਾ ਸਾਡੀਆਂ ਕੀ ਲੋੜਾਂ ਨੇ? ਕਈ ਵਾਰ ਨਾ ਇਨਸਾਨ ਕੀ ਕਰਦਾ ਹੈ ਵੀ ਹੱਦੋਂ ਜ਼ਿਆਦਾ ਮੰਗ ਬਹਿੰਦਾ ਹੈ। ਅੰਮ੍ਰਿਤਸਰ ਤਰਨਤਾਰਨ ਰੋਡ ਦੀ ਜਗ੍ਹਾ ਦੇ ਉੱਤੇ ਇੱਕ ਇਨਸਾਨ ਮੈਨੂੰ ਮਿਲਿਆ, ਕਹਿੰਦਾ ਜੀ ਮੈਨੂੰ 15 ਸਾਲ ਹੋ ਗਏ ਘਰ ਮੰਗਦੇ ਆ, ਮੈਨੂੰ ਘਰ ਨਹੀਂ ਮਿਲਿਆ। ਮੈਂ ਕਿਹਾ ਫਿਰ ਰੱਬ ਭੁੱਲ ਗਿਆ ਹੋਣਾ। ਹੱਸ ਪਿਆ। ਮੈਂ ਕਿਹਾ ਹੱਸਿਆ ਕਿਉਂ? ਸਿੱਧਾ ਕਹਿ ਰੱਬ ਭੁੱਲ ਗਿਆ। ਕਹਿੰਦਾ ਨਹੀਂ ਉਹ ਤੇ ਭੁੱਲਦਾ ਨਹੀਂ, ਉਹਨੂੰ ਤੇ ਚੇਤੇ ਆ। ਮੈਂ ਕਿਹਾ ਹੁਣ ਇਹ ਦੱਸ ਵੀ ਮੰਗਦਾ ਕਿਉਂ ਆ, ਕਾਰਨ ਤੇ ਦੱਸ ਮੈਨੂੰ ਥੋੜਾ ਜਿਹਾ। ਕਹਿੰਦਾ ਜੀ 200 ਗਜ ਪਹਿਲਾਂ ਮੇਰੇ ਕੋਲ ਕੋਠੀ ਆ, ਚੰਗੀ ਕੋਠੀ ਆ, ਹੁਣ ਉਹਦੇ 'ਚ ਗੱਡੀ ਨਹੀਂ ਆਉਂਦੀ। ਜੇ ਲੱਗ ਜਾਵੇ ਤੇ ਅੱਗੇ ਇੱਕ ਗੱਡੀ ਲੱਗਦੀ ਆ, ਫਿਰ ਮੋਟਰਸਾਈਕਲ ਨਹੀਂ ਲੱਗਦਾ। ਹੱਸਣ ਵਾਲੀ ਗੱਲ ਨਹੀਂ, ਥੋੜਾ ਜਿਹਾ ਟਿਕਾ ਦੇ ਕੇ ਸੁਣਿਓ। ਮੈਂ ਕਿਹਾ ਕਿੰਨਾ ਕੁ ਚਿਰ ਹੋ ਗਿਆ ਇਹਨੂੰ ਬਣਾਇਆ? ਕਹਿੰਦਾ ਪਿਤਾ ਜੀ ਨੇ ਤੇ ਕੁਝ ਨਹੀਂ ਸੀ ਦਿੱਤਾ, ਬੜੀ ਮੁਸ਼ਕਲਾਂ ਦੇ ਵਿੱਚੋਂ ਲੰਘ ਕੇ ਇਹਨੂੰ ਬਣਾਇਆ। ਮੈਂ ਕਿਹਾ 200 ਗਜ ਬਣਾ ਲਿਆ ਨਾ। ਮੈਂ ਕਿਹਾ ਤੇਰੀ ਅਰਦਾਸ ਬੜੀ ਪਹਿਲਾਂ ਪ੍ਰਵਾਨ ਹੋ ਜਾਣੀ ਸੀ। ਕਹਿੰਦਾ ਉਹ ਕਿਵੇਂ? ਉਹ ਮੇਰੇ ਗੋਡੀ ਹੱਥ ਲਾਉਣ ਲੱਗ ਪਿਆ। ਮੈਨੇ ਗੋਡੀ ਹੱਥ ਨਾ ਲਾ, ਮੇਰੇ ਕੋਲ ਕੋਈ ਮੰਤਰ ਨਹੀਂ ਹੈਗਾ, ਪਰ ਮੈਂ ਤੈਨੂੰ ਸੱਚ ਦੱਸ ਦਿੰਦਾ, ਜੇ ਤੇਰੀ ਮਜਬੂਰੀ ਹੁੰਦੀ ਨਾ, ਤੇਰੀ ਜੁਆਇੰਟ ਫੈਮਿਲੀ ਹੁੰਦੀ, ਭਰਾ ਦੇ ਬੱਚੇ ਵੀ ਸਿਆਣੇ ਹੁੰਦੇ, ਤੇਰੇ ਵੀ ਸਿਆਣੇ ਹੁੰਦੇ, ਤੇ ਤੈਨੂੰ ਰੱਬ ਨੂੰ ਕਹਿਣ ਦੀ ਲੋੜ ਨਹੀਂ ਸੀ ਪੈਣੀ। ਬਾਪੂ ਨੇ ਖੁਦ ਵੇਖਣਾ ਸੀ ਹੁਣ ਇਹਦਾ ਗੁਜ਼ਾਰਾ ਨਹੀਂ ਹੁੰਦਾ, ਇਹਦਾ ਗੁਜ਼ਾਰਾ ਨਹੀਂ ਹੁੰਦਾ। ਤੁਸੀਂ ਸਿਆਣੇ ਬੈਠੇ ਜੇ, ਤੁਹਾਡਾ ਬੱਚਾ, ਕਈਆਂ ਦੇ ਬੱਚੇ ਛੋਟੇ ਹੋਣਗੇ, ਉਹ ਬੱਚਾ ਤੁਹਾਨੂੰ ਆ ਕੇ ਆਖੇ ਬਾਪੂ ਮੈਨੂੰ ਬੈਗ ਲੈ ਕੇ ਦੇ ਸਕੂਲ ਦਾ। ਹੁਣ ਸਿਆਣੇ ਬੈਠੇ ਜੇ ਤੇ ਬੈਗ ਪਾਟਾ ਹੋਇਆ ਤੇ ਬੱਚੇ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ, ਤੁਸੀਂ ਆਪੇ ਕਹਿਣਾ ਪੁੱਤ ਕੱਲ ਮੇਰੇ ਨਾਲ ਚੱਲੀ, ਜਾਂ ਉਹਨੂੰ ਕਹੋਗੇ ਜਾਂ ਖੁਦ ਆਖੋਗੇ ਵੀ ਮੈਂ ਬਾਜ਼ਾਰ ਗਿਆ, ਲੈ ਪੁੱਤ ਤੇਰੇ ਵਾਸਤੇ ਬੈਗ ਲੈ ਆਂਦਾ। ਉਹਨੇ ਆਖਿਆ ਕਿਉਂ? ਕਹਿੰਦੇ ਮੈਂ ਕੱਲ ਵੇਖਿਆ ਸੀ ਪਾਟਾ ਹੈ। ਤੇ ਜੇ ਬੱਚਾ ਤੁਹਾਨੂੰ ਕਹੀ ਜਾਵੇ ਪਿਤਾ ਜੀ ਬਾਪੂ ਜੀ ਮੈਨੂੰ ਬੈਗ ਨਹੀਂ ਲੈ ਕੇ ਦਿੰਦੇ, ਉਹਨੇ ਇੱਕ ਵਾਰੀ ਕਿਹਾ, ਤੁਸੀਂ ਕੁਝ ਨਹੀਂ ਕਿਹਾ, 2 ਵਾਰੀ, ਤੀਜੇ ਵਾਰੀ ਖਹਿੜੇ ਪੈ ਗਿਆ, ਤੁਸੀਂ ਇੱਧਰ ਬਹਿ ਆ ਕੇ ਮੇਰੇ ਕੋਲ, ਚੰਗਾ ਭਲਾ ਤੇ ਤੇਰਾ ਬਹਿ ਗਿਆ, ਚੰਗਾ ਭਲਾ ਤੇਰਾ ਬਹਿ ਗਿਆ, ਪਿਛਲੇ ਮਹੀਨੇ ਤੈਨੂੰ ਲੈ ਕੇ ਦਿੱਤਾ, ਹੁਣ ਇਹਨੂੰ ਕੀ ਹੋ ਗਿਆ? ਇਹਨੂੰ 4 ਦਿਨ ਚਲਾ, ਜਿੱਦਣ ਪਾੜ ਗਿਆ ਮੈਂ ਖੁਦ ਲੈ ਦੂੰ, ਤੈਨੂੰ ਕਹਿਣ ਦੀ ਲੋੜ ਨਹੀਂ ਪਏਗੀ। ਜੇ ਦੁਨੀਆ ਦੇ ਵਿੱਚ ਰਹਿੰਦੇ ਆਪਾਂ ਇੰਨੇ ਸੁਚੇਤ ਆ, ਤੇ ਜਦੋਂ ਗੁਰੂ ਦੀ ਗੱਲ ਆਉਂਦੀ ਉਦੋਂ ਆਪਾਂ ਸਿਆਣੇ ਕਿਉਂ ਨਹੀਂ? ਜਦੋਂ ਆਪਣਾ ਘਰ ਬਣਾਉਣ ਲੱਗਿਆ ਇਨਸਾਨ ਇੰਨਾ ਸੁਚੇਤ ਆ, ਇਨਸਾਨ ਪਹਿਲਾਂ ਹੀ ਜਾਂਦਾ ਏ, ਸੀਮਟ ਦਾ ਪਤਾ ਕਰਦਾ, ਸਰੀਏ ਦਾ ਪਤਾ ਕਰਦਾ, ਕਿੰਨੇ ਐਮ ਦਾ ਸਰੀਆ ਲੱਗਣਾ, ਕਿੰਨਾ ਬੀਮ ਲੱਗਣਾ, ਕਿੰਨਾ ਕੀ ਲੱਗਣਾ। ਜਦੋਂ ਮਨ ਦੀ ਗੱਲ ਆਉਂਦੀ ਉਦੋਂ ਆ ਕੇ ਭਾਈ ਸਾਹਿਬ ਨੂੰ ਕਹਿ ਦਿੰਦੇ, ਭਾਈ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਆ ਮਨ ਨਹੀਂ ਲੱਗਦਾ। ਕਿਤੇ ਤਾਂ ਲੱਗਦਾ ਹੋਊਗਾ, ਇਹ ਨਹੀਂ ਦੱਸਣਾ ਵੀ ਲੱਗਦਾ ਕਿੱਥੇ ਆ। ਮਹਾਰਾਜ ਬਾਣੀ ਪੜ੍ਹਦੇ ਆ ਮਨ ਨਹੀਂ ਲੱਗਦਾ, ਸੇਵਾ ਕਰਦੇ ਆ ਮਨ ਨਹੀਂ ਲੱਗਦਾ। ਇਹਨਾਂ 5 'ਚ ਹੀ ਹੋ ਸਕਦਾ, 6ਵਾਂ 'ਚ ਨਹੀਂ ਹੋ ਸਕਦਾ ਮਨ। ਜਾਂ ਕਾਮ 'ਚ ਹੋਊਗਾ, ਜਾਂ ਕ੍ਰੋਧ 'ਚ ਹੋਊਗਾ, ਜਾਂ ਲੋਭ 'ਚ ਹੋਊਗਾ। ਇਹਨਾਂ 5 ਤੋਂ ਸਿਵਾਏ 6ਵੇਂ ਦੇ ਵਿੱਚ ਤੇ ਹੋਊਗਾ ਨਹੀਂ। ਇਸ ਕਰਕੇ ਰੱਬ ਦੀ ਇਬਾਦਤ ਦੇ ਵਿੱਚ ਜੁੜਨ ਲੱਗਿਆਂ ਤੂੰ ਸੁਚੇਤ ਹੋ ਜਾ, ਕਿਉਂਕਿ ਇਨਸਾਨ ਜ਼ਰੂਰੀ ਨਹੀਂ ਤਨ ਕਰਕੇ ਗੁਰੂ ਚਰਨਾਂ 'ਚ ਹੋਵੇ ਤੇ ਮਨ ਕਰਕੇ ਵੀ ਬੈਠਾ ਹੋਵੇ। ਮਹਾਰਾਜ ਕਹਿੰਦੇ ਨੇ ਸਰਬ ਬੈਕੁੰਠ ਮੁਕਤ ਮੋਖ ਪਾਏ। ਕਹਿੰਦੇ ਨੇ ਜਿੰਨੇ ਸਵਰਗ ਦੇ ਸੁਖ ਨੇ ਨਾ ਤੇ ਮੁਕਤੀ ਆ, ਮੁਕਤ ਮੋਖ ਪਾਏ, ਕਹਿੰਦੇ ਉਹ ਤੈਨੂੰ ਸਾਰੇ ਏਕ ਨਿਮਖ ਹਰ ਕੇ ਗੁਣ ਗਾਏ। ਹੁਣ ਨਿਮਖ ਪਤਾ ਕੀ? ਅੱਖ ਨੂੰ ਝਮਕਣ ਜਿਤਨਾ ਸਮਾਂ। ਕਹਿੰਦੇ ਬਸ ਇੰਨਾ ਹੀ ਰੱਬ ਨੂੰ ਧਿਆਲਾ, ਤੈਨੂੰ ਸਾਰੇ ਸੁੱਖ ਸਵਰਗ ਦੇ ਮਿਲ ਜਾਣ। ਆਪਾਂ ਕਈ ਵਾਰੀ ਸੌਖਾ ਜਿਹਾ ਸਮਝ ਲਈਏ, ਆਪਾਂ ਕਈ ਵਾਰੀ ਆਖ ਦਿੰਦੇ, ਕਈ ਇਨਸਾਨ ਬੜੇ ਤ੍ਰਿਪਤ ਹੁੰਦੇ ਨੇ। ਉਹਨੂੰ ਕਿਸੇ ਨੇ ਪੁੱਛਿਆ ਵੀ ਸੱਜਣਾ ਇੰਨਾ ਖੁਸ਼ ਕਿਉਂ ਆ, ਬੜਾ ਤੇਰਾ ਮਨ 'ਚ ਚਾਓ? ਕਹਿੰਦਾ ਸਵਰਗ ਬਣਿਆ ਪਿਆ ਹੈ। ਆ ਡਾਕਟਰ ਮਨਮੋਹਨ ਸਿੰਘ ਜੀ ਸਾਡੇ ਸਤਿਕਾਰਯੋਗ, ਔਰ ਮੇਰਾ ਹੱਥ ਜੋੜ ਕੇ, ਮੈਂ ਨਾ ਇੱਕ ਵਾਰੀ ਉਹਨਾਂ ਦੀ ਨਿਊਜ਼ਪੇਪਰ ਦੇ ਵਿੱਚ ਤਬੀਅਤ ਢਿੱਲੀ ਤੇ ਉਹਨਾਂ ਦੀ ਫੋਟੋ ਆਈ। ਅੰਮ੍ਰਿਤਸਰ ਅਜਨਾਲਾ ਰੋਡ ਤੇ ਇੱਕ ਮਾਤਾ ਜੀ ਰਹਿੰਦੀ, ਅਖਬਾਰ 'ਚ ਫੋਟੋ ਆਈ ਤੇ ਉਹਨਾਂ ਮੱਥਾ ਟੇਕਿਆ। ਹੁਣ ਗੱਲ ਨੂੰ ਕਿਸੇ ਲਾਂਭੇ ਸ਼ਾਂਬੇ ਨਾ ਲੈ ਜਾਈਏ, ਕੇਵਲ ਤੱਤ ਲੈਣਾ ਜੀ। ਕਈ ਵਾਰੀ ਹੁੰਦਾ ਕੀ ਆ, ਗੱਲ ਇਨਸਾਨ ਕਹਿਣਾ ਕੁਝ ਚਾਹੁੰਦਾ, ਆਪਾਂ ਚਲੇ ਕਿਤੇ ਦੂਜੇ ਬੰਨੇ ਜਾਂਦੇ। ਮੈਂ ਉਹਨਾਂ ਮਾਤਾ ਜੀ ਨੂੰ ਸਵਾਲ ਕੀਤਾ, ਮੈਂ ਕਿਹਾ ਮਾਤਾ ਜੀ ਤੁਹਾਡੀ ਉਮਰ ਵੀ 80-85 ਸਾਲ ਹੈ, ਲਗਭਗ ਤੁਹਾਡੇ ਲਾਗੇ ਜਾਂ ਤੁਹਾਡੇ ਤੋਂ ਵੱਡੇ ਜਾਂ ਛੋਟੇ ਵੀ ਹੋ ਸਕਦੇ, ਤੁਸੀਂ ਮੱਥਾ ਕਿਉਂ ਟੇਕਿਆ? ਕਹਿੰਦੇ ਬੰਦਾ ਸੰਤ ਆ,
ਗੱਲ ਦਾ ਤੱਤ ਲਿਓ ਜੇ। ਬੰਦਾ ਸੰਤ ਆ, ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ। ਤੇਰੇ ਕੋ ਧਨ ਵੀ ਹੋਵੇ, ਦੌਲਤ ਵੀ ਹੋਵੇ, ਸਭ ਕੁਝ ਹੋਵੇ, ਜੇ ਤੇਰੀ ਰੱਬ ਨਾਲ ਲਿਵ ਲਾਗੀ ਨਾ, ਇਹਨਾਂ ਸਭ ਦੇ ਵਿੱਚ ਵੀ ਤੂੰ ਗੁਰੂ ਦੇ ਘਰ ਪ੍ਰਵਾਨ ਹੋ ਜਾਏਗਾ। 2 ਧੀਆਂ ਨੇ ਉਹਨਾਂ ਦੀਆਂ, ਜੇ ਮੈਂ ਗਲਤ ਨਾ ਹੋਵਾਂ ਤੇ, ਜਿੰਨਾ ਕੁ ਮੈਨੂੰ ਪਤਾ, ਤੇ ਸਵਰਗ ਹੀ ਬਣਿਆ ਪਿਆ ਉਹਨਾਂ ਦਾ। ਮੇਰਾ ਵਿਸ਼ਾ ਨਹੀਂ ਵੀ ਮੈਂ ਸਿਆਸੀ ਬੰਦੇ ਦੀ ਗੱਲ ਕਰਾਂ, ਮੈਂ ਕੇਵਲ ਤੱਤ ਲੈ ਰਿਹਾ। ਨਾ ਉਹਨਾਂ ਨੂੰ ਪੁੱਤ ਦੀ ਭੁੱਖ ਆ। ਲੋਕੀ ਆਉਂਦੇ ਜੀ ਸਾਡਾ ਦੀਵਾ ਨਹੀਂ ਜਗੂਗਾ। ਰੱਬ ਉਹਨਾਂ ਨੂੰ ਲੰਮੀ ਉਮਰ ਬਖਸ਼ੇ, ਪਰ ਭਾਗਾਂ ਵਾਲਿਓ, ਮੈਨੂੰ ਇੰਜ ਲੱਗਦਾ ਵੀ ਜਿੰਨਾ ਉਹਨਾਂ ਦੇ ਦੀਵੇ 'ਚ ਤੇਲ ਪੈ ਗਿਆ, ਜਿੰਨਾ ਉਹਨਾਂ ਦਾ ਜਗੂ, ਮੈਨੂੰ ਨਹੀਂ ਲੱਗਦਾ ਵੀ 100 ਸਾਲ ਵੀ ਕਿਸੇ ਦਾ ਜਗ ਜੇ। ਸਵਰਗ ਹੀ ਆ ਨਾ। ਆਪਣੇ ਰਿਸ਼ਤੇਦਾਰਾਂ ਤੱਕ ਨੂੰ ਇੰਨੀ ਗੱਲ ਕਹਿਤੀ, ਕਹਿੰਦੇ ਹਾਂ ਤੁਹਾਨੂੰ ਮਜਬੂਰੀ ਹੋਵੇ ਮੈਨੂੰ ਫੋਨ ਕਰਿਓ। ਆਪਣੀ ਭੈਣ, ਰਿਸ਼ਤੇਦਾਰ, ਸਾਕ ਸੰਬੰਧੀਆਂ ਨੂੰ, ਜੇ ਗਲਤੀ ਤੁਹਾਡੀ ਹੋਈ ਮੈਨੂੰ ਫੋਨ ਨਾ ਕਰਿਓ। ਮੇਰੀ ਉਹ ਰਿਸ਼ਤੇਦਾਰੀ ਨਹੀਂ, ਮੈਂ ਉਹਨਾਂ ਦੀ ਸ਼ੋਭਾ ਕਰ ਰਿਹਾ, ਪਰ ਸੱਚਾਈ ਤੇ ਚੱਲਣ ਵਾਲੇ ਇਨਸਾਨ ਦੀ ਸ਼ੋਭਾ ਕਰਨੀ ਚਾਹੀਦੀ ਹੈ, ਉਹਨੂੰ ਐਪਰੀਸ਼ੀਏਟ ਜ਼ਰੂਰ ਕਰੋ। ਸਵਰਗ ਹੈ ਨਾ, ਕਿਹੜੇ ਅਹੁਦੇ ਤੇ ਨਹੀਂ ਰਹੇ ਜੀ ਉਹ, ਪਰ ਵਾਹਿਗੁਰੂ ਨੇ ਇੰਨਾ ਕੁ ਸੰਤੋਖ ਦਿੱਤਾ। ਇੱਕ ਬੰਨੇ ਉਹਨਾਂ ਦੀ ਫੋਟੋ ਲੋਕੀ ਆਂਦੇ ਵੀ ਇਹ ਚੜ੍ਹਦੀ ਕਲਾ 'ਚ ਹੋ ਜਾਣ। ਇਹ ਸੰਤਾਂ ਵਾਲੇ ਕਰਮ ਹੀ ਆ ਨਾ ਜੀ। ਤੇ ਜੇ ਰੱਬ ਨੇ ਤੈਨੂੰ ਦੇ ਦਿੱਤਾ, ਤੈਨੂੰ ਸੰਤੋਖ ਹੀ ਨਹੀਂ ਆਇਆ, ਲੱਖ ਗੱਡੀਆਂ Z+ ਲਈ ਫਿਰ ਤੈਨੂੰ ਸੁੱਖ ਨਹੀਂ ਮਿਲਣਾ। ਬੜੇ ਵੱਡੇ Z+ ਵਾਲੇ ਵੀ ਮਿੱਟੀ 'ਚ ਰੁਲ ਗਏ ਨੇ। ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮਿਹਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ। ਚੜੇ ਆਕਾਸ਼। 2015 ਦੀ ਗੱਲ ਆ, ਮੈਂ ਵਿਦੇਸ਼ ਦੀ ਧਰਤੀ ਤੋਂ ਇੱਥੇ ਦਿੱਲੀ ਉਤਰਿਆ। 2 ਘਟਨਾਵਾਂ ਮੇਰੇ ਨਾਲ ਹੋਈਆਂ ਤੇ ਮੈਨੂੰ ਬੜੀ ਸਿੱਖਿਆ ਦਿੱਤੀ ਉਹਨਾਂ ਘਟਨਾਵਾਂ ਨੇ। ਦੋਨੋਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ। ਮੈਂ ਦਿੱਲੀ ਉਤਰਿਆ ਤੇ ਮੈਂ ਬਾਹਰ ਆ ਕੇ ਥੋੜਾ ਵੇਟਿੰਗ ਹਾਲ 'ਚ ਬਹਿ ਗਿਆ। ਮੈਂ ਵੇਖਿਆ ਉੱਥੇ ਇੱਕ ਬੰਦਾ, ਮੈਨੂੰ ਇਹ ਮੇਰਾ ਮਹਿਕਮਾ ਨਹੀਂ, ਇਹਦੇ ਬਾਰੇ ਤੇ ਨਹੀਂ ਪਤਾ, ਪਰ ਮੈਨੂੰ ਇੰਜ ਲੱਗਦਾ ਵੀ ਚੰਗਾ ਵੈਪਨ ਸੀ ਉਹਦੇ ਕੋਲ, ਜਿਹੜਾ ਪ੍ਰੋਟੈਕਸ਼ਨ ਵਾਸਤੇ ਹੁੰਦਾ ਹੈ। ਉਹ ਬੰਦਾ ਮੈਂ ਵੇਖਿਆ ਤੇ ਮੈਂ ਆਖਿਆ, ਮੈਂ ਕਿਹਾ ਨਾ ਇਹ CISF ਦਾ, ਨਾ CRP ਦਾ, ਨਾ ਕਿਸੇ ਦਾ ਕਮਾਂਡੋ ਲੱਗਦਾ। ਜੇ ਕਮਾਂਡੋ 4 ਹੋਣ, Z+ ਹੋਵੇ ਤੇ ਕੋਈ ਹੋਰ ਹੋਵੇ, ਇਹ ਕਿਸੇ ਬਾਬੇ ਦਾ ਸੇਵਕ ਲੱਗਦਾ ਮੈਨੂੰ। ਮੈਂ ਵੇਖਿਆ, ਮੈਂ ਕਿਹਾ ਐਪਰਨ ਤੱਕ ਹੀ ਅੱਗੇ ਜਾ ਨਹੀਂ ਸਕਦਾ, ਕਿਉਂਕਿ ਕਿਸੇ ਹੱਦ ਤੱਕ ਬਾਹਰ ਤੱਕ ਚੈਕਿੰਗ ਹੋ ਕੇ ਉਹ ਤੋਂ ਅੱਗੇ ਕੋਈ ਜਾ ਨਹੀਂ ਸਕਦਾ, ਕੋਈ VIP ਹੋਏਗਾ। ਮੈਂ ਮੁੰਡੇ ਨੂੰ ਆਵਾਜ਼ ਦਿੱਤੀ, ਮੈਂ 5-7 ਮਿੰਟ ਵੇਖਿਆ, ਮੈਂ ਆਵਾਜ਼ ਦਿੱਤੀ, ਮੈਂ ਕੌਣ ਆ? ਕਹਿੰਦਾ ਇਹ ਪ੍ਰਾਈਵੇਟ ਪ੍ਰੋਟੈਕਸ਼ਨ ਆ ਕਿਸੇ ਦੀ, ਉਹਨਾਂ ਨੂੰ ਛੱਡਣ ਆਏ। ਮੈਂ ਕਿਹਾ ਕਿਹਨੂੰ ਛੱਡਣ ਆਏ? ਪਹਿਲਾਂ ਤੇ ਚੁੱਪ ਕਰ ਗਿਆ, ਮੁੜ ਕੇ ਕਹਿੰਦਾ ਜੀ ਰਾਮ ਰਹੀਮ ਜੈਟ ਰਾਹੀਂ ਬੰਬੇ ਜਾ ਰਿਹਾ ਹੈ, ਇਹ ਉਹਦਾ ਬਾਡੀਗਾਰਡ ਹੈ। ਮੈਂ ਕਿਹਾ ਉਹ ਚੜ ਗਿਆ ਹੈ? ਕਹਿੰਦਾ ਨਹੀਂ, 9:15 ਫਲਾਈਟ ਹੈ ਤੇ 9:12 ਤੇ ਜਹਾਜ਼ ਦੇ ਅੰਦਰ ਜਾਏਗਾ। ਥੋੜਾ ਜਿਹਾ ਸਮਝ ਲਿਓ, ਇੰਨਾ ਰਾਜ ਭਾਗ ਹੋਵੇ ਤੇ ਬੰਦਾ ਮਿੱਟੀ ਹੋ ਜੇ। ਇਹ ਤੇ ਪ੍ਰਤੱਖ ਹੀ ਸਾਡੇ ਸਾਹਮਣੇ ਹੋਇਆ ਨਾ। ਜਿਸ ਬੰਦੇ ਨੂੰ ਜਹਾਜ਼ ਦੇ ਅੰਦਰ ਤੱਕ ਸਿਕਿਉਰਿਟੀ ਛੱਡਣ ਜਾਂਦੀ ਆ, Z+ ਤੱਕ ਸਿਕਿਉਰਿਟੀਆਂ ਲਈ ਫਿਰਦੇ ਸੀ, ਉਹ ਬੰਦਾ ਮਿੱਟੀ ਹੋ ਗਿਆ। ਗ੍ਰੇਟਰ ਕੈਲਾਸ਼, ਮੈਂ ਤੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਵੰਤਜੀਤ ਸਿੰਘ, ਇਹ 2 ਘਟਨਾਵਾਂ ਮੇਰੇ ਨਾਲ ਹੋਈਆਂ। ਸਾਡਾ ਉੱਥੇ ਬੜੂੰਦੀ ਵਾਲੇ ਮਹਾਂਪੁਰਸ਼ਾਂ ਨੇ ਸਮਾਗਮ ਰੱਖਿਆ ਤੇ ਅਸੀਂ ਵਾਕ ਕਰਨ ਚਲੇ ਗਏ। ਤੇ ਗ੍ਰੇਟਰ ਕੈਲਾਸ਼ ਮੈਂ ਇੱਕ ਕੋਠੀ ਵੇਖੀ ਬੜੀ ਤਗੜੀ, ਤੇ ਉਹਦੇ ਬਾਹਰ ਫੌਜ ਲੱਗੀ, ਐਂਬੂਲੈਂਸਾਂ ਲੱਗੀਆਂ, ਦੂਜੀਆਂ ਤੀਜੀਆਂ, ਫਾਇਰ ਬ੍ਰਿਗੇਡ। ਮੈਂ ਸੋਚਿਆ, ਮੈਂ ਕਿਹਾ ਕਿਸੇ ਦਿੱਲੀ ਦਾ ਮਾਮਲਾ ਹੈ, ਕਿਸੇ ਲੀਡਰ ਦੀ ਹੋਊਗੀ, ਆਪਾਂ ਕਿ ਲੈਣਾ, ਗਾਹ ਲੰਘੇ। ਮੈਨੂੰ ਥੋੜੀ ਜਿਹੀ ਗੱਲ ਫੇਰ ਅੱਗੇ ਜਾ ਕੇ ਪਚੀ ਨਾ। ਮੈਨੂੰ ਭਾਈ ਸਾਹਿਬ ਆਂਦੇ ਵੀ ਆਪਾਂ ਪੁੱਛ ਹੀ ਲਈਏ ਕਿਹਦੀ। ਮੈਂ ਕਿਹਦੀ ਆ? ਕਹਿੰਦਾ ਰਾਮ ਰਹੀਮ ਦੀ ਕੋਠੀ ਆ। ਇਹ 2 ਘਟਨਾਵਾਂ ਮੇਰੇ ਨਾਲ ਹੋਈਆਂ ਔਰ ਮੈਂ ਅੱਖੀ ਵੇਖੀਆਂ। ਜੇ ਕਿਸੇ ਨੇ ਵੇਖੀਆਂ ਹੁੰਦੀਆਂ ਸ਼ਾਇਦ ਮੈਨੂੰ ਇੰਨਾ ਕੌਨਫੀਡੈਂਸ ਨਾ ਹੁੰਦਾ। ਭਾਗਾਂ ਵਾਲਿਓ, ਮੇਰੇ ਕੰਨਾਂ ਨੂੰ ਹੱਥ ਲੱਗ ਗਏ। ਮੈਂ ਕਿਹਾ ਵਾਹ ਮਾਲਕਾ। 16-17 'ਚ ਉਹਦਾ ਕੇਸ ਖੁੱਲ ਗਿਆ ਤੇ ਅੱਜ ਦੀ ਡੇਟ ਦੇ ਵਿੱਚ ਤੇ ਉਹ ਦੁਨੀਆ ਨੂੰ ਭਾਵੇਂ ਸੰਤ ਕਹਿੰਦੀ ਰਵੇ, ਲੱਖ ਕਹਿੰਦੀ ਰਵੇ, ਉਹ ਬੰਦਾ ਵੀ ਨਹੀਂ ਰਿਹਾ। ਕਿੱਥੋਂ ਰੱਬ ਚੜਾ ਸਕਦਾ, ਕਿੱਥੇ ਸੁੱਟ ਸਕਦਾ? ਜਿੱਦਣ ਇਹ ਕੰਨਾਂ 'ਚ ਗੱਲ ਪੈ ਗਈ ਨਾ ਵੀ ਜੇ ਉਹ ਚੜਾਉਣਾ ਜਾਣਦਾ ਹੈ ਨਾ, ਉਹ ਲੋਣਾ ਵੀ ਜਾਣਦਾ।
ਕਹਿੰਦੇ ਹਰ ਕੇ ਨਾਮ ਕੀ ਕਥਾ ਮਨ ਭਾਈ, ਜੇ ਮਨ ਦੇ ਅੰਦਰ ਪਿਆਰ ਬਣ ਗਿਆ ਨਾ, ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਥੋੜਾ ਜਿੰਨਾ ਤੁਹਾਨੂੰ ਹੋਰ ਡੂੰਘਾਈ 'ਚ ਜਾਣਾ ਪੈਣਾ, ਫੇਰ ਇਸ ਪੰਕਤੀ ਦੇ ਅਰਥ ਲੱਭਣੇ ਸਨ। ਇਨਸਾਨ ਨੂੰ ਨਾ ਸੁੱਖ ਜਿਹੜੇ ਨੇ, ਇੱਕ ਸੁੱਖ ਆ ਸਾਡਾ ਤਨ ਦੇ ਉੱਤੇ ਕੱਪੜਾ ਚੰਗਾ ਸਾਨੂੰ ਮਿਲ ਜਾਵੇ। ਸਾਡੀ ਸੋਚ ਵੀ ਹੁੰਦੀ ਆ ਵੀ ਰੱਬਾ ਮੈਂ ਦੁਨੀਆਦਾਰੀ 'ਚ ਰਹਿਣਾ ਹੈ, ਮੈਨੂੰ ਚੰਗਾ ਕੱਪੜਾ ਮਿਲੇ। ਕੱਪੜਾ ਸਾਡਾ ਬਾਹਰੀ ਤੌਰ ਦੇ ਉੱਤੇ ਕੱਜਦਾ ਹੈ। ਇਨਸਾਨ ਨੂੰ 2 ਟਾਈਮ ਦੀ ਰੋਟੀ ਮਿਲ ਜਾਵੇ, ਕਿਉਂਕਿ ਰੋਟੀ ਸਾਡੇ ਸਰੀਰ ਦੇ ਅੰਦਰ ਜਾ ਕੇ ਤੱਤ ਪੈਦਾ ਕਰਦੀ ਹੈ, ਸਾਡਾ ਸਰੀਰ ਵੱਧਦਾ ਏ, ਫੁੱਲਦਾ ਏ, 4 ਦਿਨ ਜ਼ਿੰਦਗੀ ਸੌਖੀ ਲੰਘਦੀ ਹੈ। ਆਮ ਕਰਕੇ ਕਹਾਵਤ ਵੀ ਆ ਵੀ ਇੱਕ ਸਿਰ ਦੀ ਕੁੱਲੀ ਹੋਵੇ, ਕੋਠੀ ਹੋਵੇ, ਕੱਪੜਾ ਮਕਾਨ ਹੋਵੇ, ਉਹ ਦੁਨਿਆਵੀ ਹੈ। ਇਨਸਾਨ ਕਹਿੰਦਾ ਸੋਹਣੇ ਕੱਪੜੇ ਰੱਬਾ ਮੇਰੇ ਕੋਲ ਹੋਣ, ਦੁਨੀਆਦਾਰੀ ਦੇ ਵਿੱਚ ਮੈਨੂੰ ਸ਼ਰਮਿੰਦੇ ਨਾ ਹੋਣਾ ਪਵੇ, 2 ਵਕਤ ਦੀ ਰੋਟੀ ਵੀ ਚੰਗੀ ਹੋਵੇ। ਪਰ ਇੱਕ ਸੁੱਖ ਹੈ ਜਿਹੜਾ ਤਨ ਦੇ ਉੱਤੇ ਵੀ ਅਸਰ ਨਹੀਂ ਕਰ ਰਿਹਾ। ਕੱਪੜਾ ਤਨ ਕਰਕੇ ਹੈ, ਮਨ ਕਰਕੇ ਤੇ ਕੱਪੜਾ ਨਹੀਂ ਹੋ ਸਕਦਾ। ਤੂੰ ਚੰਗਾ ਕੋਟ ਪੈਂਟ ਪਾਇਆ ਹੋਵੇ ਤਾਂ ਵੀ ਦੁਖੀ ਹੋਵੇਂ, ਅੰਦਰ ਤੂੰ ਰੋਟੀ ਚੰਗੀ ਖਾ ਲਈ ਹੋਵੇ, ਮਨ ਕਰਕੇ ਤੂੰ ਫੇਰ ਨਾ ਸੁਖੀ ਹੋਵੇ। ਸਤਿਗੁਰੂ ਆਖਦੇ ਨੇ ਬਹੁ ਭੋਜਨ ਕਾਪਰ ਸੰਗੀਤ, ਪਰ ਜਿਹੜਾ ਸੰਗੀਤ ਆ ਨਾ, ਉਹ ਤੇਰੇ ਕੋ ਕੱਪੜੇ ਪਾਟੇ ਵੀ ਹੋਣ, ਤੂੰ ਭੁੱਖਾ ਵੀ ਹੋਵੇਂ, ਸੰਗੀਤ ਦੀ ਰੂਹ ਦੀ ਖੁਰਾਕ ਹੈ। ਮਹਾਰਾਜ ਦਾ ਇੱਕ ਬਚਨ ਆ, ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਕਹਿੰਦੇ ਤੈਨੂੰ ਇਹ ਸਾਰੀ ਤ੍ਰਿਪਤੀ ਮਿਲ ਜਾਏਗੀ, ਰੱਬ ਦਾ ਨਾਮ ਸਿਮਰ ਲੈ। ਜਿਵੇਂ ਬਾਹਰੀ ਤੌਰ ਤੇ ਕੱਪੜਾ ਤੇਰਾ ਨੰਗੇਜ ਕੱਜਦਾ ਹੈ ਨਾ, ਜਿੱਦਣ ਰੱਬ ਦੇ ਪਰਮੇਸ਼ਰ ਦੀ ਲਿਵ ਤੈਨੂੰ ਲੱਗੀ, ਰੱਬ ਦੇ ਚਰਨਾਂ ਦਾ ਆਸਰਾ ਤੱਕ ਲਿਆ ਨਾ, ਉਸ ਦਿਨ ਉਹ ਪਰਮੇਸ਼ਰ ਐਸਾ ਕਰੇਗਾ, ਕਹਿੰਦੇ ਕਾਪੜ ਪੱਤ ਪਰਮੇਸ਼ਰ ਰਾਖੀ, ਤੇਰੀ ਪੱਤ ਟੱਕ ਦੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਦੇ, ਕਹਿੰਦੇ ਰਸਨਾ ਜਪਤੀ ਹਰ ਹਰ ਨੀਤ। ਫਿਰ ਇਹ ਨਿਤ ਜਪਣ ਵਾਲੀ ਹੋਵੇ ਤੇ ਸਹੀ ਰਸਨਾ। ਉਸ ਪਰਮੇਸ਼ਰ ਨੂੰ, ਅਕਾਲ ਪੁਰਖ ਨੂੰ ਨਿਤ ਧਿਆਉਣ ਵਾਲੀ ਬਣੇ ਤੇ ਸਹੀ। ਜਿੱਦਣ ਬਣ ਗਈ ਉਦਣ ਤੇਰੀ ਲਾਜ ਪਤ ਸਾਰੀ ਪਰਮੇਸ਼ਰ ਦੇ ਵਾਲੇ ਆ। ਬੰਦਿਆ ਚੇਤੇ ਰੱਖੀ, ਤੂੰ ਨੂੰ ਇੱਕ ਵਾਰ ਤੇ ਆ, ਏਕ ਬਾਰ ਸਤਿਗੁਰ ਮੰਤਰ ਸਿਮਰਨ, ਮਾਤਰ ਸਿਮਰਨ ਤਾਹੇ ਬਾਰੰਗ ਬਾਰ ਗੁਰ ਹੇਤ ਹੈ। ਹੁਣ ਤੁਸੀਂ ਇੱਥੇ 1 ਘੰਟਾ ਅੱਧਾ ਘੰਟਾ ਆ ਕੇ ਸਤਿਗੁਰ ਦੇ ਚਰਨਾਂ 'ਚ ਜੋਦੜੀਆਂ ਬੇਨਤੀਆਂ ਕਰਕੇ ਸਾਰੀ ਦਿਹਾੜੀ ਤੇ ਰਾਖੀ ਤੁਹਾਡੀ ਉਹੀ ਕਰ ਰਿਹਾ ਨਾ। ਤੇ ਕਈ ਵਾਰੀ ਬੰਦਾ ਕਹਿੰਦਾ ਮੈਂ 2 ਘੰਟੇ ਸੀਸਗੰਜ ਸਾਹਿਬ ਜਾਣਾ, ਤੂੰ 2 ਘੰਟੇ ਜਾਣਾ, ਜਿਹੜਾ 22 ਘੰਟੇ ਤੇਰੇ ਮਗਰ ਤੁਰਿਆ ਫਿਰਦਾ ਹੈ, ਜਿਹੜਾ 22 ਘੰਟੇ ਤੇਰੇ ਨਾਲ ਆ, ਉੱਥੇ ਨਹੀਂ। ਭਾਗਾਂ ਵਾਲਿਓ, ਜਿੱਦਣ ਆਪਣਾ ਆਪ ਛੱਡ ਕੇ, ਮੈਂ ਛੱਡ ਕੇ ਤੂੰ ਕਵਾਂਗੇ ਨਾ, ਸੁੱਖ ਉਦਣ ਮਿਲਣਾ। ਕਹਿੰਦੇ ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੇ ਬਸੇ ਪੂਰਨ ਗੁਰਮੰਤ। ਜੇ ਉਸ ਪਰਮੇਸ਼ਰ ਦਾ ਨਾਮ, ਜੇ ਪਰਮੇਸ਼ਰ ਤੇਰੇ ਹਿਰਦੇ 'ਚ ਵਸ ਗਿਆ ਨਾ, ਫਿਰ ਜੋ ਕਰੇਗਾ ਉਹ ਚੰਗਾ ਹੀ ਆ। ਫਿਰ ਜੱਗ ਦੇ ਅੰਦਰ ਤੇਰੀ ਸੋਭਾ ਹੀ ਆ, ਫਿਰ ਤੂੰ ਧਨਵੰਤ ਆ। ਮਹਾਰਾਜ ਇੱਕ ਜਗ੍ਹਾ ਆਖਦੇ ਨੇ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਮਹਾਰਾਜ ਕਹਿੰਦੇ ਤੂੰ ਸੋਹਣਾ ਰੱਜ ਕੇ ਹੋਵੇਂ, ਅਤ ਸੁੰਦਰ, ਕੁਲੀਨ ਚੰਗੀ ਕੁੱਲ ਹੋਵੇ ਤੇਰੀ, ਚਤੁਰ, ਮੁਖ ਗਿਆਨੀ, ਮੁਖ ਤੋਂ ਬੜੀਆਂ ਗਿਆਨ ਦੀਆਂ ਗੱਲਾਂ ਕਰੇ, ਧਨਵੰਤ, ਧਨੀ ਵੀ ਬੜਾ ਹੋ। ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਜੇ ਰੱਬ ਦੇ ਨਾਲ ਪ੍ਰੀਤ ਨਹੀਂ ਤੇ ਮਿਰਤਕ ਆ, ਤੇ ਜੇ ਰੱਬ ਦੇ ਨਾਲ ਪ੍ਰੀਤ ਬਣ ਗਈ, ਕਹਿੰਦੇ ਭਲੀ ਸੋ ਕਰਨੀ ਸੋਭਾ ਧਨਵੰਤ। 3 ਮੱਤ 3 ਪੱਤ 3 ਧਨ ਪੱਲੇ। ਕਿਹਨਾਂ ਦੇ ਪੱਲੇ ਆ ਜੀ? ਉਂਝ ਤੇ ਸਾਡੇ ਸਾਰਿਆਂ ਕੋਈ ਹੋਊਗਾ, ਪਰ ਸਤਿਗੁਰੂ ਕੀ ਕਹਿੰਦੇ? ਕਹਿੰਦੇ 3 ਮੱਤ ਉਹਦੀ ਮੱਤ ਚੰਗੀ ਆ, 3 ਪੱਤ ਉਹਦੀ ਪੱਤ ਆ, 3 ਧਨ ਪੱਲੇ ਉਹਦੇ ਕੋ, ਜਿਦ ਕੋ ਨਾਮ ਧਨ ਜਿਸ ਜਨ ਕੇ ਪੱਲੇ ਸੋਈ ਪੂਰਾ। ਸਾਡੇ ਵਰਗੇ ਸ਼ਾਹ ਤੇ ਕਈ ਤੁਰੇ ਫਿਰਦੇ ਨੇ। 3 ਮੱਤ 3 ਪੱਤ 3 ਧਨ ਪੱਲੇ, ਜਿਨ ਕੈ ਹਿਰਦੇ ਰਹਿਆ ਸਮਾਏ। ਜਿਨ੍ਹਾਂ ਦੇ ਹਿਰਦੇ 'ਚ ਰੱਬ ਹੈ। 3 ਕਾ ਕਿਆ ਸਲਾਹਣਾ ਅਵਰ ਸਵਾਲੇ ਕਾਏ, ਨਾਨਕ ਨਦਰੀ ਬਾਹਰੇ
ਰਾਚੇ ਦਾਨ ਨਾ ਨਾਏ। ਕਹਿੰਦੇ ਜਿਹੜੇ ਰੱਬ ਦੀ ਬਰਕਤ ਤੋਂ ਵਾਂਝੇ ਹੋ ਗਏ, ਕਹਿੰਦੇ ਰੱਬ ਦੇ ਦਿੱਤੇ ਦਾਨ ਦੇ ਵਿੱਚ ਹੀ ਰਚੇ ਰਹੇ, ਉਹਨਾਂ ਕੀਤਾ ਕੱਖ ਨਹੀਂ। ਗੁਰੂ ਅੱਗੇ ਅਰਦਾਸ ਕਰੀਏ। ਮਹਾਰਾਜ ਕਹਿੰਦੇ ਨੇ ਸਾਧ ਸੰਗ ਪ੍ਰਭ ਦੇਹੋ ਨਿਵਾਸ। ਆਹ ਬੜਾ ਔਖਾ ਮਿਲਦਾ ਜੀ, ਬੜਾ ਔਖਾ ਮਿਲਦਾ। ਸਾਧ ਸੰਗਤ ਦੇ ਵਿੱਚ ਥਾਣ ਕਿਤੇ ਜਣੇ ਖਣੇ ਨੂੰ ਮਿਲ ਜਾਂਦੀ ਅੱਜ। ਕਿਉਂ ਮਹਾਰਾਜ ਨੇ ਆਖਿਆ ਵਡਭਾਗੀ ਹਰ, ਪੜੋ ਸਾਰੇ ਜੀ, ਵਡਭਾਗੀ ਹਰ ਸੰਗਤ ਪਾਵੇ, ਭਾਗਹੀਨ ਭ੍ਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਗੱਲ ਤੇ ਤੇਰੀ ਸ਼ਰਨ ਮਿਲ ਤੇ ਜਾਵੇ ਸਹੀ। ਮਹਾਰਾਜ ਤੇ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਤੂੰ ਇੱਕ ਕਦਮ ਹੀ ਪੁੱਟ ਲੈ। ਭਾਈ ਸਾਹਿਬ ਕਵਿਤ ਚਾਹੁੰਦੇ, ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੈ, ਤੂੰ ਪੁੱਟ ਤੇ ਸਹੀ ਇੱਕ ਕਦਮ। ਕਹਿੰਦੇ ਸਰਬ ਸੂਖ ਨਾਨਕ ਪ੍ਰਗਾਸ, ਸਾਰੇ ਸੁੱਖਾਂ ਦਾ ਹੈ ਪ੍ਰਕਾਸ਼ ਤੇਰੇ ਹਿਰਦੇ 'ਚ ਹੋ ਜਾਣਾ। ਤੇ ਇੱਕ ਮੇਰੇ 4 ਮਿੰਟ ਬਾਕੀ ਆ ਤੇ ਮੈਂ ਯਤਨ ਕਰਾਂਗਾ ਪੂਰੇ ਸਮੇਂ ਦੇ ਵਿੱਚ ਰਹਿ ਕਰਕੇ ਤੇ ਮੈਂ ਸਮਾਪਤੀ ਕਰਾਂ। ਸਾਧ ਸੰਗਤ ਦੇ ਵਿੱਚ ਆ ਕੇ ਨਾ ਕਦੀ ਕਿਸੇ ਨੂੰ ਫਿੱਕਾ ਨਾ ਬੋਲਿਓ, ਧਿਆਨ ਦੇ ਕਰਕੇ ਸੁਣਿਓ। ਮਿੰਟ ਆਪਣੇ ਕੋ 4 ਬਾਕੀ ਹੈ। ਦੁਨੀਆ ਦੇ ਮਾਲਕ ਗੁਰੂ ਤੇਗ ਬਹਾਦਰ ਪਾਤਸ਼ਾਹ, ਤਿੰਨਾਂ ਦੇ ਸਾਹਿਬਜ਼ਾਦੇ ਤੇ ਪੁੱਤਰਾਂ ਦੇ ਦਾਨੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਆਨੰਦਪੁਰ ਸਾਹਿਬ ਦੀ ਧਰਤੀ, ਸਤਿਗੁਰੂ ਸੱਚੇ ਪਾਤਸ਼ਾਹ ਬੈਠੇ ਤੇ ਇੱਕ ਸੇਵਾਦਾਰ ਆਇਆ। ਕਹਿੰਦਾ ਸਤਿਗੁਰੂ ਇੱਕ ਕਲੰਦਰ ਆਇਆ ਹੈ, ਜੰਗਲ ਦੇ ਏਰੀਏ ਦੇ ਵਿੱਚੋਂ, ਨਾਲ ਦੇ ਇਲਾਕੇ ਦੇ ਵਿੱਚੋਂ ਆਇਆ ਹੈ। ਉਹ ਕਹਿੰਦਾ ਮੈਂ ਰਿੱਛ ਦਾ ਨਾਚ ਇੱਥੇ ਕਰਾਉਣਾ ਚਾਹੁੰਦਾ, ਮੇਰੀ ਭਾਵਨਾ ਹੈ। ਸਤਿਗੁਰੂ ਆਖਣ ਲੱਗੇ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਸਮਾਪਤੀ ਤੋਂ ਬਾਅਦ ਉਹਨੂੰ ਬਾਹਰ ਅਸਥਾਨ ਜਗ੍ਹਾ ਦੇ ਦਿਓ, ਉਹਨੂੰ ਕੋ ਲਓ ਭਾਈ ਤੂੰ ਬਹਿ ਜਾ। ਮਹਾਰਾਜ ਹੱਸ ਪਏ। ਇੱਕ ਦੋ ਸਿੱਖ ਲਾਗੂ ਆਖਣ ਲੱਗੇ ਸਤਿਗੁਰੂ ਹੱਸੇ ਕਿਉਂ? ਨਾਲ ਦੇ ਸਿੰਘਾਂ ਨੇ ਆਖਿਆ ਸਤਿਗੁਰ ਦੀ ਮੌਜ ਆ, ਸਤਿਗੁਰ ਦੀ ਮੌਜ ਆ। ਦੀਵਾਨ ਦੀ ਸਮਾਪਤੀ ਹੋਈ, ਬਾਹਰ ਜਗ੍ਹਾ ਦੇ ਦਿੱਤੀ। ਉਹਨੇ ਆਪਣੇ ਰਿੱਛ ਦਾ ਜਿਹੜਾ ਡਰਾਮਾ ਸੀਗਾ, ਨਾਚ ਸੀ, ਉਹ ਸ਼ੁਰੂ ਕਰ ਦਿੱਤਾ। ਚੇਤਾ ਰੱਖਿਓ ਕਈ ਵਾਰ ਆਪਾਂ ਕਿੰਤੂ ਪਰੰਤੂ ਚ ਪੈ ਜਾਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ 6 ਨੇਜੇ ਉੱਚਾ ਆਸਣ ਸੀ ਗੁਰੂ ਸਾਹਿਬ ਦਾ, ਜਿੱਥੇ ਬਹਿੰਦੇ ਸੀ। ਮਹਾਰਾਜ ਬੈਠੇ ਤੇ ਇੱਕ ਇਤਿਹਾਸ ਚ ਆਇਆ ਕੀਰਤਨੀਏ ਨਾਮ ਦਾ ਸਿੱਖ ਚੌਰ ਕਰ ਰਿਹਾ। ਦੁਨੀਆ ਦੇ ਮਾਲਕ ਬੈਠੇ ਤੇ ਮਹਾਰਾਜ ਹੱਸ ਪੈਂਦੇ ਨੇ। ਡਰਾਮਾ ਚੱਲ ਰਿਹਾ ਹੈ ਸਾਹਮਣੇ ਰਿੱਛ ਦਾ। ਮਹਾਰਾਜ ਹੱਸ ਪਏ ਤੇ ਸਿੱਖਾਂ ਨੇ ਆਖਿਆ ਵੀ ਸਤਿਗੁਰ ਦੀ ਖੇਡ ਆ, ਸਤਿਗੁਰ ਦੀ ਕੋਈ ਗੁੱਝੀ ਰਮਜ ਆ, ਸਾਨੂੰ ਪਤਾ ਨਹੀਂ। ਜਦੋਂ ਇੰਨੀ ਗੱਲ ਹੋਈ ਤੇ ਜਿਹੜਾ ਸਿੱਖ ਚੌਰ ਕਰ ਰਿਹਾ ਸੀ ਨਾ, ਉਹਦੇ ਕੋਲੋਂ ਚੌਰ ਕਰਦਿਆਂ ਕਰਦਿਆਂ ਧਿਆਨ ਇੰਨਾ ਰਿੱਛ ਦੇ ਵਿੱਚ ਚਲਾ ਗਿਆ ਵੀ ਚੋਰ ਡਾਵਾਂਡੋਲ ਹੋ ਗਿਆ। ਨਾਲ ਦੇ ਖਲੋਤੇ ਸਿੱਖ ਨੇ ਆਖਿਆ ਵੀ ਤੈਨੂੰ ਗੁਰੂ ਦੀ ਮਰਿਆਦਾ ਭੁੱਲ ਗਈ ਆ, ਗੁਰੂ ਦੇ ਚਰਨਾਂ 'ਚ ਬੈਠਾ ਹੈ, ਕਿੱਥੇ ਆ ਧਿਆਨ ਤੇਰਾ? ਸਤਿਗੁਰੂ ਫੇਰ ਹੱਸ ਪਏ। ਜਦੋਂ ਫੇਰ ਹੱਸ ਪਏ ਨਾ, ਸਿੱਖਾਂ ਨੇ ਆਖਿਆ ਵੀ ਅੱਜ ਸਤਿਗੁਰ ਦੀ ਕੋਈ ਐਸੀ ਖੇਡ ਵਰਤਣੀ ਆ। ਮਹਾਰਾਜ ਆਖਣ ਲੱਗੇ ਵੀ ਭਾਈ ਕਿਉਂ ਤੇਰੇ ਕੋਲੋਂ ਚੌਰ ਦੀ ਸੇਵਾ ਕਰਦਿਆਂ ਕਰਦਿਆਂ ਕਿਉਂ ਧਿਆਨ ਲਾਮੇ ਸ਼ਾਮੇ ਹੋ ਗਿਆ? ਕਹਿੰਦਾ ਸਤਿਗੁਰੂ ਮੇਰਾ ਧਿਆਨ ਉਸ ਰਿੱਛ ਦੇ ਵਿੱਚ ਚਲਾ ਗਿਆ। ਮਹਾਰਾਜ ਆਂਦੇ ਵੀ ਤੈਨੂੰ ਪਤਾ ਰਿੱਛ ਕੌਣ ਆ? ਕਹਿੰਦਾ ਸਤਿਗੁਰੂ ਨਹੀਂ। ਕਹਿੰਦੇ ਤੇਰਾ ਬਾਪ ਸੋਭਾ ਰਾਮ ਆ। ਇੱਕ ਵਾਰ ਆਖੋ ਸਤਨਾਮ। ਜਦੋਂ ਇੰਨੀ ਗੱਲ ਹੋਈ ਉਹ ਕਹਿੰਦਾ ਸਤਿਗੁਰੂ ਮੇਰਾ ਬਾਪ ਸੋਭਾ ਰਾਮ ਜਿਨੇ ਵੱਡ ਵਡੇਰੇ ਤੁਹਾਡੇ ਪਿਤਾ ਜੀ ਦੇ ਘਰ ਸੇਵਾ ਕੀਤੀ ਆ, ਜੇ ਉਹਨੇ ਸੇਵਾ ਕਰਕੇ ਰਿੱਛ ਬਣ ਗਿਆ ਤੇ ਮੈਂ ਸਤਿਗੁਰੂ ਬਾਂਦਰ ਬਣ ਜਾਊਂਗਾ, ਮੈਂ ਸੇਵਾ ਨਹੀਂ ਕਰਨੀ। ਉਹਨੇ ਚੌਰ ਸਾਹਿਬ ਰੱਖਣ ਲੱਗਾ। ਸਤਿਗੁਰੂ ਹੱਸ ਕੇ ਆਖਣ ਲੱਗੇ ਵੀ ਤੂੰ ਆਪਣੀ ਜਗ੍ਹਾ ਸਹੀ ਆ, ਵੀ ਜੇ ਸੇਵਾ ਕਰਕੇ ਇਹੋ ਪਦਵੀ ਉਹਨੂੰ ਮਿਲੀ ਆ, ਜੇ ਉਹ ਭਟਕਦਾ ਫਿਰਦਾ ਤੇ ਮੇਰਾ ਕਿੱਥੇ ਮੁਕਤੀ ਹੋਊਗੀ? ਪਰ ਗੱਲ ਸੁਣ ਕੇ ਨਹੀਂ ਜਾਏਗਾ ਵੀ ਰਿੱਛ ਬਣਿਆ ਕਿਉਂ। ਕਹਿਣ ਲੱਗਾ ਵੀ ਗੁਰੂ ਤੇ ਪੂਰਾ ਹੈ ਨਾ। ਮਨ ਨੇ ਅੰਦਰ ਹਥੌੜੀ ਵੱਜੀ, ਦਿਮਾਗ ਟਿਕਾਣੇ ਆਇਆ ਵੀ ਸਮਰੱਥ ਗੁਰੂ ਹੈ। ਕਹਿੰਦਾ ਹਾਂ ਸਤਿਗੁਰੂ। ਸਤਿਗੁਰੂ ਕਹਿੰਦੇ ਕੋਈ ਸ਼ੱਕ ਨਹੀਂ, ਤੇਰਾ ਬਾਪ ਆਨੰਦਪੁਰ ਸਾਹਿਬ ਦੀ ਧਰਤੀ ਗੁਰੂ ਚਰਨਾਂ ਦੇ ਵਿੱਚ ਸੇਵਾ ਕਰਦਾ ਸੀ, ਰੱਜ ਕੇ ਸੇਵਾ ਕਰਦਾ ਸੀ, ਕੜਾਹ ਪ੍ਰਸ਼ਾਦ ਬਣਾਉਣਾ ਵਰਤਾਉਣਾ, ਪਰ ਤੇਰਾ ਬਾਪ ਕੌੜਾ ਬੜਾ ਬੋਲਦਾ ਸੀ। ਕੀ ਹੋਇਆ? ਕਹਿੰਦੇ ਇੱਕ ਦਿਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਉੱਥੇ ਭਾਈ ਧੰਨਾ ਜੀ ਲਿਖੇ ਆ,
ਕਹਿੰਦੇ ਧੰਨਾ ਨਾਮ ਦਾ ਗੁਰੂ ਦਾ ਸਿੱਖ ਆਇਆ, ਵਣਜ ਕਰਨ ਵਾਸਤੇ ਉਧਰੋਂ ਦੀ ਲੰਘ ਰਿਹਾ ਸੀ। ਉਹਨੇ ਆਖਿਆ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਡ ਵਡੇਰਿਆਂ ਦੇ ਦਰਸ਼ਨ ਕਰ ਜਾ, ਅਸਥਾਨ ਡਾਢਾ ਹੈ। ਕਹਿੰਦੇ ਉਹ ਆਇਆ ਤੇ ਦਰਸ਼ਨ ਦਿਦਾਰੇ ਕਰਕੇ ਤੇ ਜਦੋਂ ਲਾਈਨ ਦੇ ਵਿੱਚ ਲੱਗਾ ਕੜਾਹ ਪ੍ਰਸ਼ਾਦ ਦੀ, ਤੇਰਾ ਬਾਪ ਕੜਾਹ ਪ੍ਰਸ਼ਾਦ ਵਰਤਾ ਰਿਹਾ ਸੀ। ਕਹਿੰਦੇ ਉਹਨੇ ਹੱਥ ਅੱਗੇ ਕੀਤੇ ਤੇ ਬੜੀ ਨਿਮਰਤਾ ਨਾਲ ਆਖੇ ਰੱਬ ਦੇ ਪਿਆਰੇ ਨੇ ਵੀ ਮੈਨੂੰ ਕਿਣਕਾ ਪ੍ਰਸ਼ਾਦ ਪਹਿਲਾਂ ਦੇ ਦੇ। ਕਹਿੰਦੇ ਉਹਨੇ ਪਹਿਲੀ ਗੱਲ ਇਹ ਆਖੀ, ਉਹਨੇ ਆਖਿਆ ਹੋਏਗਾ ਲੈਣ ਚਾਹ ਸਿੱਧੇ ਤਰੀਕੇ ਨਾਲ। ਉਹਨੇ ਆਖਿਆ ਸੱਜਣਾ ਮੇਰਾ ਗੱਡਾ ਲੰਘ ਜਾਣਾ, ਮੇਰੇ ਨਾਲ ਵਪਾਰੀ ਹੋਰ ਨੇ, ਮੇਰੀ ਤੇਰੇ ਅੱਗੇ ਹੱਥ ਜੋੜ ਕੇ ਅਰਜ਼ੋਈ ਕਿਣਕਾ ਪ੍ਰਸ਼ਾਦ ਦੇ ਦੇ ਗੁਰੂ ਦਾ, ਮੈਂ ਥੋੜੀ ਕਾਹਲੀ ਦੇ ਵਿੱਚ ਆ। ਉਹਨੇ ਆਖਿਆ ਰਿੱਛ ਵਾਂਗੂ ਤੜਫਣਾ, ਰਿੱਛ ਵਾਂਗੂ ਤੜਫਣਾ, ਦੇ ਦੇਣਾ ਇਹ ਪ੍ਰਸ਼ਾਦ ਤੈਨੂੰ। ਕਹਿੰਦਾ ਉਹਨੇ ਰੱਬ ਦੇ ਪਿਆਰੇ ਨੇ ਹੱਥ ਜੋੜੇ, ਸੰਗਤ ਦੇ ਹੱਥ ਚੋਂ ਜਿਹੜਾ ਕਿਣਕਾ ਧਰਤੀ ਤੇ ਡਿੱਗਾ ਉਹਨੇ ਹੱਥ ਤੇ ਧਰਿਆ ਤੇ ਰਸਨਾ ਦੇ ਉੱਤੇ ਰੱਖ ਕੇ ਕਹਿੰਦਾ ਰਿੱਛ ਬਣ ਤੂੰ, ਮੈਂ ਕਿਉਂ ਬਣ। ਕਹਿੰਦੇ ਉਹ ਖੇਡ ਵਰਤੀ, ਤੇਰਾ ਬਾਪ ਰਿੱਛ ਬਣ ਗਿਆ। ਰੋ ਪਿਆ, ਕਹਿੰਦਾ ਸਤਿਗੁਰੂ ਮੁਕਤੀ ਕਰ ਦੂ। ਕਈ ਵਾਰੀ ਇਹ ਹੁਣ ਸੁਣਾਉਣ ਲੱਗਿਆ ਥੋੜਾ ਜਿੰਨਾ ਲਾਮੇ ਸ਼ਾਮੇ ਵੀ ਲੰਘ ਜਾਂਦੇ, ਪਰ ਨਹੀਂ, ਜੋ ਇਤਿਹਾਸਕ ਪੱਖ ਨੇ ਜ਼ਰੂਰ ਸਾਂਝੇ ਕਰਨੇ ਚਾਹੀਦੇ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਆਖਿਆ ਕੜਾਹ ਪ੍ਰਸ਼ਾਦ ਦੀ ਦੇਗ ਲਿਆ ਕੇ ਇਹਦੀ ਅਰਦਾਸ ਕਰੋ। ਗੁਰੂ ਸਾਹਿਬ ਮਹਾਰਾਜ ਨੇ ਉਹਨੂੰ ਮੁਕਤੀ ਦਿੱਤੀ। ਉਹ ਕਲੰਦਰ ਰੋਣ ਲੱਗ ਪਿਆ। ਉਹ ਕਹਿੰਦਾ ਸਤਿਗੁਰੂ ਮੈਂ ਰਿੱਛ ਨਚਾ ਕੇ 2 ਫੁਲਕੇ 2 ਪ੍ਰਸ਼ਾਦੇ ਘਰ ਲੈ ਕੇ ਜਾਣਾ, ਮੇਰੀ ਤੇ ਰੋਜੀ ਹੈ। ਮਹਾਰਾਜ ਨੇ ਆਪਣੇ ਖਜ਼ਾਨਿਆਂ ਚੋਂ ਮਾਇਆ ਦਿੱਤੀ, ਆਖਿਆ ਲੈ ਤੂੰ ਜੋ ਕਾਰ ਵਿਹਾਰ ਕਰਨਾ ਹੈ ਕਰ ਲਈ। ਦੁਨੀਆ ਦੇ ਮਾਲਕ ਸਤਿਗੁਰੂ ਦੇ ਚਰਨਾਂ 'ਚ ਬੈਠੇ ਜੀ ਭਾਗਾਂ ਵਾਲਿਓ, ਇਹ ਗੱਲ ਚੇਤਾ ਰੱਖਿਆ ਕਰੀਏ, ਰਸਨਾ ਦੇ ਉੱਤੋਂ ਕਿਸੇ ਨੂੰ ਮੰਦਾ ਨਹੀਂ ਕਹਿਣਾ। ਇਤਨੀ ਹਾਜ਼ਰੀ ਪ੍ਰਵਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਹੈ, ਸਾਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਣ। ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਤੁਸੀਂ ਰੱਬ ਰੂਪ ਸੰਗਤਾਂ ਚੌਂਕੜੇ ਲਾ ਕਰਕੇ ਬੈਠੇ ਹੋ, ਤੁਹਾਡਾ ਧੰਨਵਾਦ। ਰੋਮ ਰੋਮ ਕਰਕੇ ਸ਼ੁਕਰਾਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੁਨੀਆ ਦੇ ਮਾਲਕ, ਤੇਗ ਬਹਾਦਰ ਸਿਮਰੀਆ ਘਰ ਨਾਉ ਨਦਿਆਵੇ ਧਾਏ। ਕਹਿੰਦੇ ਧੱਕੇ ਨਾਲ ਹੀ ਤੇਰੇ ਘਰੇ ਆ ਜਾਣੀਆਂ। ਮਹਾਰਾਜ ਕਿਰਪਾ ਕਰਨ, ਫਿਰ ਸਮਾਂ ਸਤਿਗੁਰੂ ਬਖਸ਼ਣ, ਫਿਰ ਹਾਜ਼ਰੀ ਭਰਾਂਗੇ। ਉਚੇਚੇ ਤੌਰ ਤੇ ਧੰਨਵਾਦੀ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਸਮੁੱਚੀ ਸੰਗਤ ਦਾ ਧੰਨਵਾਦ, ਸੇਵਾਦਾਰਾਂ ਦਾ, ਵੀਰਾਂ ਦਾ, ਗੁਰੂ ਘਰ ਦੇ ਪਿਆਰਿਆਂ ਦਾ ਧੰਨਵਾਦੀ ਹਾਂ। ਇਤਨੀ ਹਾਜ਼ਰੀ ਪ੍ਰਵਾਨ, ਭੁੱਲ ਚੁੱਕ ਦੀ ਖਿਮਾ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ।